सतगुर साची सिख सुनाई, हर चित हो अंत होए सखाई। सतगुर साची सीख सिखाई, सतगुर साची सिख सुनाई। हर चित हो अंत होए सखाई, हर अगम अगोचर अनाथ अजूनी। सतगुर कै भाए पावणिया, हम वारी जियों वारी। आप निवारणिया, आप गवाए तां हर पाए। हर स्यों सहज समावणिया। वाहिगुरु जी का खालसा, वाहिगुरु जी की फतेह। सत्कारयोग गुरु रूप गुरु प्यारी साध संगत, आप जी बड़े ही प्यार सत्कार दे नाल सतगुरु जी दे सोहणे दरबार विच शोभत हो के सतगुरां दी तुर की बाणी दी शब्द विचार कथा नाल अपने चित्त नूं जोड़ रहे हो। अज दा पावन शब्द गुरु ग्रंथ साहिब जी दे पवित्र अंग 117 तो आरंभ होकर 118 ते संपूर्ण होंदा है। ये पावन शब्द माज राग दे अंदर तीसरे पातशाह सतगुरु श्री गुरु अमरदास जी महाराज उन्हां दी रसना तो उच्चारण होया है। माज महला तीजा। माज राग तीसरे पातशाह हुक्म कर रहे, समझा रहे, फरमा रहे। सतगुर साची सिख सुनाई। सतगुरु जी कहते ने कि सानू सतगुरु ने एक सच्ची सिक्ख्या सुनाई। जिहड़ी सिक्ख्यावां ते दुनिया दे बथेरे लोग दे दिंदे आ। सिक्ख्या सलाह हर कोई दे दिंदा है, हर कोई सलाहकार है, पर आम लोगों दीयां सलाहां सिक्ख्यावां किसी काम नहीं आउंदियां, अध अधूरियां हुंदियां। अद्धे क तां ओह भी हुंदे जिन्हां गलत सिक्ख्या देनी हुंदी, ਉਹਦੇ ਚੋਂ ਅੱਧੇ ਕੋ ਹੁੰਦੇ ਜਿਹੜੇ ਕਿਸੇ ਤੋਂ ਸੁਣੀ ਸੁਣਾਈ ਦਿੰਦੇ ਆ ਸਿੱਖਿਆ, ਆਪਣਾ ਕੋਈ ਅਨੁਭਵ ਨਹੀਂ। ਇਹ ਜੇ ਸਿੱਖਿਆ ਦੇਣ ਵਾਲੇ ਅਤੇ ਸਿੱਖਣ ਵਾਲਿਆਂ ਦਾ ਕੀ ਹਾਲ ਹੁੰਦਾ ਇਹ ਤਾਂ ਰੱਬੇ ਜਾਣੇ। ਪਰ ਸਤਿਗੁਰੂ ਗੁਰੂ ਅਮਰਦਾਸ ਜੀ ਕਹਿੰਦੇ ਸਤਿਗੁਰ ਸਾਚੀ ਸਿੱਖ ਸੁਣਾਈ। मैनू मेरे गुरु अंगद देव महाराज ने जिहड़ी सिख सिक्ख्या दित्ती है ना, कहंदे सिख साची सच्ची है, जानी उत्ते शंका नहीं किया जा सकता, कोई भुलेखा पाऊ विचार नहीं है, कोई ये नहीं है कि उहदे उत्ते अमल कीतिया कोई नुकसान हो जाएगा, ऐसा नहीं, वो सच्ची है। महाराज किहड़ी ऐसी सिक्ख्या तुहानूं दित्ती, सानूं भी दस दिओ। सतगुरु जी कहंदे लो भाई तुहानूं भी दसदे हां। ओह की है? हर चित हो अंत होए सखाई। महाराज कहंदे यही सच्ची सिक्ख्या है जिहड़ी सच है। वो की? हर चित हो अंत होए सखाई। सतगुरु गुरु अमरदास जी कहते वो है कि परमेश्वर वाहिगुरु जी का नाम जपया करो, तो अंत नूं वो सखाई सखा बनेगा, सहायता करेगा। ये सच्ची सिक्ख्या, चंगी सलाह है, अच्छा मंत्र है।
ਸਮਝੋ ਕਿੰਨਾ ਜ਼ੋਰ ਦੇ ਕੇ ਗੁਰੂ ਜੀ ਸਮਝਾ ਰਹੇ ਇਸ ਗੱਲ ਨੂੰ। ਇਹ ਵੀ ਕਹਿਣਾ ਪੈ ਰਿਹਾ ਨਾਲ ਵੀ ਇਹ ਸੱਚੀ ਗੱਲ ਹੈ, ਮੇਰੀ ਇਕੱਲੇ ਆਪਣੀ ਨਹੀਂ, ਮੇਰੇ ਗੁਰੂ ਨੇ ਮੈਨੂੰ ਸਮਝਾਈ। ਗੁਰੂ ਅੰਗਦ ਦੇਵ ਜੀ ਨੇ, ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਸਮਝਾਈ, ਸਿਖਾਈ, ਸੁਣਾਈ। ਉਹਨਾਂ ਨੇ ਸੁਣੀ, ਉਹਨਾਂ ਸੁਣਾਈ, ਔਰ ਉਹਨਾਂ ਕਹਿੰਦੇ ਅੱਗੇ ਮੈਨੂੰ ਦੱਸੀ। ਔਰ ਆਪ ਗੁਰੂ ਅਮਰਦਾਸ ਜੀ ਨੇ ਕਮਾਈ, ਉਹ ਅੱਗੇ ਸਾਨੂੰ ਦੱਸ ਰਹੇ ਨੇ। ਉਹ ਕੀ? ਹਰ ਚਿੱਤ ਹੋ, ਹਰੀ ਪਰਮੇਸ਼ਰ ਨੂੰ ਚਿੱਤ ਹੋ, ਜਾਣੀ ਯਾਦ ਕਰੋ, ਯਾਦ ਰੱਖੋ। ਭੁੱਲੇ ਹੋਏ ਆ ਨਾ ਆਪਾਂ, ਕਿਸੇ ਨੂੰ ਕੋਈ ਗੱਲ ਯਾਦ ਕਰਾਉਂਦੇ, ਉਹ ਕਹਿੰਦੇ ਉਹ ਫਲਾਣੀ ਗੱਲ ਚੇਤੇ ਕਰ, ਯਾਦ ਕਰ। ਉਹ ਕਹਿੰਦਾ ਕਿਹੜੀ, ਕਦੋਂ? ਉਹ ਕਹਿੰਦਾ ਫਲਾਣੇ ਦਿਨ ਉੱਥੇ ਜੇ ਖੜ੍ਹੇ ਸੀ ਆਪਾਂ, ਉਹ ਬੰਦਾ ਸੀ ਨਾਲ ਤੇਰੇ, ਆਹ ਕੱਪੜੇ ਪਾਏ ਸੀ ਤੂੰ, ਆਹ ਗੱਲ ਚੱਲ ਰਹੀ ਸੀ, ਹੁੰਦਾ ਨਾ। ਫਿਰ ਬੰਦਾ ਕਹਿੰਦਾ ਹਾਂ 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 ਠੀਕ ਹੈ, ਮੇਰੀ ਯਾਦ ਆ ਗਈ। ਚੇਤੇ ਕਰਾਉਣਾ। ਮਹਾਰਾਜ ਕਹਿੰਦੇ ਤੂੰ ਪਰਮੇਸ਼ਰ ਨੂੰ ਯਾਦ ਕਰ, ਵਾਹਿਗੁਰੂ ਨੂੰ ਵਿਸਾਰ ਨਾ ਭੁੱਲੀ ਬੈਠਾ। ਅੰਤ ਹੋਏ ਸਖਾਈ, ਅੰਤ ਨੂੰ ਤੇਰੀ ਸਹਾਇਤਾ ਕਰਨ ਵਾਲਾ ਤੇਰਾ ਸਖਾ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਹੋਵੇਗਾ। ਅੰਤ ਆਖਰ ਨੂੰ, ਜਦੋਂ ਸਾਰੀ ਖੇਡ ਜੀ ਮੁੱਕ ਗਈ ਜ਼ਿੰਦਗੀ ਦੀ, ਉਸ ਵੇਲੇ ਦੀ ਗੱਲ ਕਰ ਰਹੇ। ਹਰ ਅਗਮ ਅਗੋਚਰ ਅਨਾਥ ਅਜੂਨੀ। ਫਿਰ ਪਰਮੇਸ਼ਰ ਵਾਹਿਗੁਰੂ ਜੀ ਦੇ ਜਿਹੜੇ ਸਰੂਪ ਲੱਖਣ ਹਨ ਉਹ ਬਿਆਨ ਕਰ ਰਹੇ। ਹਰ ਅਗਮ ਅਗੋਚਰ, ਕਹਿੰਦੇ ਉਹਦੇ ਤੱਕ ਬਈ ਪਹੁੰਚਿਆ ਤਾਂ ਨਹੀਂ ਜਾਂਦਾ। ਉੱਦਾਂ ਹੀ ਕੋਈ ਬੰਦਾ ਆਖੇ ਕਿ ਗੱਲਾਂ ਬਾਤਾਂ ਪਹੁੰਚ ਜਾਈਏ, ਮਲੀਨ ਮਨ ਕਰਕੇ, ਮੰਦੇ ਅਮਲਾਂ ਕਰਕੇ, ਇੱਦਾਂ ਨਹੀਂ। ਅਗੋਚਰ ਇੰਦਰੀਆਂ ਦੀ ਪਹੁੰਚ ਤੋਂ ਦੂਰ ਹੈ। ਬਾਸ਼ਨਾ ਨਾਲ ਭਰੇ ਨੇਤਰ, ਕੁੜੱਤਣ ਨਾਲ ਭਰੀ ਜੀਭ, ਪਰਾਏ ਦੀ ਨਿੰਦਾ ਸੁਣ ਸੁਣ ਕੇ ਭਰੇ ਪਏ ਕੰਨ, ਵੈਰ ਵਿਰੋਧ ਦਾ ਭਰਿਆ ਮਨ, ਇਹ ਮੈਲੇ ਇੰਦਰੇ ਲੈ ਕੇ ਉਹਦੇ ਦਰਸ਼ਨ ਨਹੀਂ ਹੋਣੇ ਆ। ਫਿਰ ਅਗੋਚਰ ਹੈ, ਅਨਾਥ, ਉਹਦਾ ਕੋਈ ਮਾਲਕ ਨਹੀਂ ਹੈ ਕਿ ਉਹਦਾ ਕੋਈ ਸਿਰ 'ਤੇ ਮਾਲਕ ਹੋਵੇਗਾ। ਉਹ ਤਾਂ ਆਪ ਸਿਰ ਸ਼ਾਹਾਂ ਦੇ ਸ਼ਾਹ, ਉਹ ਤਾਂ ਮਾਲਕਾਂ ਦਾ ਮਾਲਕ ਹੈ। ਅਜੋਨੀ, ਜੋਨ ਜੂਨੀਆਂ ਵਿੱਚ ਨਹੀਂ ਆਉਂਦਾ, ਆਜੋਨੀ ਹੈ ਉਹ, ਕੋਈ ਜਨਮ ਮਰਨ ਵਿੱਚ ਨਹੀਂ ਹੈ ਉਹ। ਸਤਿਗੁਰ ਕੈ ਭਾਏ ਪਾਵਣਿਆ। ਮਹਾਰਾਜ ਫਿਰ ਹੈ ਵੀ ਆ ਉਹ। ਤੁਸੀਂ ਕਹਿੰਦੇ ਨਾ ਜੰਮਦਾ ਹੈ, ਨਾ ਕੋਈ ਮਾਲਕ ਹੈ, ਨਾ ਇੰਦਰੀਆਂ ਨਾਲ ਪ੍ਰਾਪਤ ਹੁੰਦਾ, ਨਾ ਪਹੁੰਚ ਹੁੰਦੀ ਉਹਦੇ ਤਾਈਂ ਕੋਈ। ਇਹਦਾ ਮਤਲਬ ਹੈ ਕਿ ਨਹੀਂ ਹੈ? ਕਹਿੰਦੇ ਹੈਗਾ। ਫਿਰ ਮਿਲਦਾ ਕਿਵੇਂ? ਸਤਿਗੁਰ ਕੈ ਭਾਏ ਪਾਵਣਿਆ, ਕਹਿੰਦੇ ਗੁਰੂ ਦੇ ਪ੍ਰੇਮ ਨਾਲ ਮਿਲਦਾ। ਇਹਨਾਂ ਨੇਤਰਾਂ ਨਾਲ ਜਿਨ੍ਹਾਂ ਨਾਲ ਵੇਖਦਾ, ਇਹਨਾਂ ਨਾਲ ਦਿਸਣਾ ਨਹੀਂ। ਤਦੇ ਤਾਂ ਕਿੰਨੇ ਲੋਕ ਇਹ ਵੀ ਕਹਿੰਦੇ ਕਿ ਹੈ ਹੀ ਨਹੀਂ ਰੱਬ। ਕਿੰਨੇ ਸਾਰੇ ਮਿਲ ਜਾਣਗੇ। ਇੱਥੇ ਤੱਕ ਵੀ ਪਾਸ਼ ਵਰਗਿਆਂ ਨੇ ਇੱਥੇ ਤੱਕ ਲਿਖਿਆ, ਕਹਿੰਦਾ ਇਹ ਤਾਂ ਇੱਕ ਗੋਰਖ ਧੰਦਾ ਹੈ, ਇਹ ਤਾਂ ਗੁੰਝਲਦਾਰ ਬੁਝਾਰਤ ਹੈ। ਇਹ ਨਹੀਂ ਕਹਿੰਦਾ ਇਹ ਤਾਂ ਐਵੇਂ ਹੀ ਆ, ਬਸ ਲੁੱਟਣ ਵਾਲਿਆਂ ਨੇ ਕੰਮ ਬਣਾ ਰੱਖਿਆ। ਉਹਨੇ ਲਿਖਿਆ, ਕਹਿੰਦਾ ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਖੋਲ੍ਹਣ ਲੱਗਿਆਂ ਪੇਚ ਇਸ ਦੇ ਕਾਫਰ ਹੋ ਜਾਏ ਬੰਦਾ। ਗੋਰਖ ਧੰਦਾ ਜਾਣੀ ਕੋਈ ਲੰਮਾ ਜਿਹਾ ਕੰਮ। ਗੋਰਖ ਯੋਗੀ ਦੀਆਂ ਇੰਨੀਆਂ ਜੁਗਤੀਆਂ ਬੰਦਾ ਕਰਦਾ ਕਰਦਾ ਬਸ ਰਹਿ ਜਾਂਦਾ। ਬਾਣੀ ਨੇ ਲਿਖਿਆ, ਯੋਗ ਸਿੱਧ ਆਸਣ 84, ਇਹ ਭੀ ਕਰ ਰਹਿਆ ਵੱਡੀ ਆਰਜਾ, ਫਿਰ ਜਨਮੈ ਹਰ ਸਿਉ ਸੰਗ ਨਾ ਗਹਿਆ। ਉਮਰਾਂ ਲੰਬੀਆਂ ਕਰਨੀਆਂ, ਪਤਾ ਨਹੀਂ ਕੀ ਕੁਝ ਬਣਦਾ, ਕੁਝ ਵੀ ਨਹੀਂ। ਉਹ ਕਹਿੰਦਾ ਗੋਰਖ ਧੰਦਾ ਇਹ ਕੁਛ ਵੀ ਨਹੀਂ ਹੈ ਜਣੀ।
ਜੇਕਰ ਕਿਤੇ ਉਹ ਬੰਦਾ ਗੁਰੂ ਨਾਨਕ ਦੀ ਬਾਣੀ ਪੜ੍ਹ ਲੈਂਦਾ, ਸੁਣ ਲੈਂਦਾ, ਸਮਝ ਲੈਂਦਾ ਤਾਂ ਸ਼ਾਇਦ ਇਹ ਗੱਲ ਨਾ ਕਹਿੰਦਾ। ਬਦਕਿਸਮਤੀ ਆ ਉਹਦੀ ਕਿ ਉਹ ਗੁਰੂ ਨਾਨਕ ਦੇ ਘਰ ਦੇ ਨੇੜੇ ਨਹੀਂ ਲੱਗਿਆ। ਕਹਿ ਤਾਂ ਗੁਰੂ ਜੀ ਵੀ ਰਹੇ ਵੀ ਤੇਰੀ ਨੇਤਰਾਂ ਨਾਲ ਨਹੀਂ ਦਿਸਣਾ, ਮੈਲਿਆਂ ਨਾਲ, ਆ ਤੇਰੇ ਦਿਮਾਗ ਦੀ ਗਾ ਖੇਡ ਨਹੀਂ ਆ ਉਹ। ਫਿਰ ਮਹਾਰਾਜ ਹੈ ਕਹਿੰਦੇ ਉਹਦਾ ਕੋਈ ਮਾਲਕ ਨਹੀਂ, ਉਹ ਜੰਮਦਾ ਨਹੀਂ। ਫਿਰ ਦਿਸਦਾ ਕਹਿੰਦੇ ਹਾਂ ਦਿਸਦਾ ਚ ਹੈ, ਐਂ ਥੋੜ੍ਹਾ ਵੀ ਹੈ ਨਹੀਂ, ਹੈਗਾ। ਫਿਰ ਮਿਲ ਕਿਵੇਂ ਪ੍ਰਾਪਤੀ ਹੋਵੇ? ਕਹਿੰਦੇ ਸਤਿਗੁਰ ਕੈ ਭਾਏ ਪਾਵਣਿਆ, ਗੁਰੂ ਦੇ ਪ੍ਰੇਮ ਵਿੱਚ ਉਹਦੀ ਪ੍ਰਾਪਤੀ ਹੁੰਦੀ ਹੈ। ਗੁਰੂ ਦੇ ਹੁਕਮ ਵਿੱਚ ਰਹਿ ਕੇ, ਭਾਵੇਂ ਜਿੱਡੀ ਮਰਜ਼ੀ ਅਵਸਥਾ ਹੋਵੇ, ਜੋ ਵੀ ਹੋਵੇ, ਗੁਰੂ ਦੇ ਹੁਕਮ ਵਿੱਚ। ਜਦੋਂ ਡਾਕਟਰ ਭਾਈ ਵੀਰ ਸਿੰਘ ਹੋਣਾ ਨੂੰ ਪੜ੍ਹੋ, ਅਨਮੋਲ ਹੀਰੇ, ਜਦੋਂ ਪੜ੍ਹਦੇ ਉਹਦੇ ਵਿੱਚ ਮਾਈ ਭਾਗੋ ਦੀ ਅਵਸਥਾ ਦਾ ਬੜਾ ਜ਼ਿਕਰ ਆਉਂਦਾ। ਸ਼੍ਰੀ ਗੁਰਪ੍ਰਤਾਪ ਸੂਰਜ ਵਿੱਚ ਵੀ ਆਉਂਦਾ ਕਿ ਪਹਿਲਾਂ ਜਦੋਂ ਜੰਗ ਯੁੱਧ ਕੀਤੇ, ਸੱਟਾਂ ਬੜੀਆਂ ਵੱਜ ਗਈਆਂ, ਮਹਾਰਾਜ ਜੀ ਦੇ ਦਰਸ਼ਨ ਕੀਤੇ, ਖੀਵੀ ਹੋ ਗਈ, ਸਰੀਰ ਤੋਂ ਉੱਤੇ ਉੱਠ ਗਈ ਸੁਰਤ ਹੈ ਜਿਹੜੀ, ਸੁੱਧ ਬੁੱਧੇ ਨਾ ਰਹੀ ਸਰੀਰ ਦੀ, ਅਤੇ ਸਰੀਰ ਨਾਲ ਸੰਬੰਧਿਤ ਕੋਈ ਕੱਪੜਾ ਲੀੜਾ ਵਸਤਰ ਪਾੜ ਸੁੱਟੇ, ਕਿਸੇ ਚੀਜ਼ ਦੀ ਸਮਝ ਨਾ ਲੱਗੀ। ਪਰ ਅਗਲੀ ਗੱਲ ਪੜ੍ਹਨ ਵਾਲੀ ਹੈ। ਮਹਾਰਾਜ ਗੁਰੂ ਕਲਗੀਧਰ ਮਹਾਰਾਜ ਨੇ ਗੁਰਪ੍ਰਤਾਪ ਸੂਰਜ 'ਚ ਆਉਂਦਾ ਹੈ ਅੱਗੇ, ਉਹ ਬੀਬੀ ਨੂੰ, ਮਾਈ ਭਾਗੋ ਨੂੰ ਸਮਝਾਇਆ ਕਿ ਭਾਵੇਂ ਤੇਰੀ ਅਵਸਥਾ 3 ਗੁਣਾ ਤੋਂ ਉੱਤੇ ਉੱਠ ਗਈ, ਪਰ ਫਿਰ ਵੀ ਪੰਥ ਦੀ ਇੱਕ ਮਰਿਆਦਾ ਹੈ, ਸੰਸਾਰ ਵਿੱਚ ਰਹਿਣਾ ਹੈ, ਸਰੀਰ ਨੂੰ ਕੱਜ ਕੇ ਰੱਖਣਾ। ਗੁਰੂ ਕਲਗੀਧਰ ਮਹਾਰਾਜ ਨੇ ਆਖਿਆ, 7 ਵਚਨ ਪਿਤਾ ਜੀ। ਫਿਰ ਉਸੇ ਤਰ੍ਹਾਂ ਹੀ ਰਹਿਣ ਲੱਗ ਪਈ। ਹੱਥ ਵਿੱਚ ਇੱਕ ਵਰਛਾ ਰੱਖਦੀ ਸੀ, ਇੱਕ ਗੜਵਾ ਰੱਖਦੀ ਸੀ, ਸਾਂਗ ਵਰਛੇ ਨੂੰ ਕਹਿੰਦੇ ਆ। ਭਾਵੇਂ ਕੈਸੀ ਵੀ ਉੱਚੀ ਤੋਂ ਉੱਚੀ ਅਵਸਥਾ ਸੀ, ਅੱਜ ਕੋਈ ਕੁਛ ਵੀ ਕਹੇ ਕਿ ਇੱਦਾਂ ਕਿਵੇਂ ਹੋ ਜਾਂਦਾ, ਹੋ ਜਾਂਦਾ। ਨਾਮ ਜਪਣ ਵਾਲੇ, ਬੰਦਗੀ ਕਰਨ ਵਾਲੇ ਜਦੋਂ ਬਹੁਤ ਕਿਤੇ ਉੱਚੀ ਅਵਸਥਾ ਵਿੱਚ ਚਲੇ ਜਾਂਦੇ, ਉਹਨਾਂ ਦਾ ਮਨ ਇੰਨਾ ਨਿਰਮਲ ਹੋ ਜਾਂਦਾ ਜਿਵੇਂ ਇੱਕ ਬੱਚੇ ਦਾ, ਛੋਟੇ ਜਿਹੇ ਦਾ, ਨਵ ਜਨਮੇ ਦਾ, ਉਹਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂ? ਉਹਦੇ ਅੰਦਰ ਵਾਸ਼ਨਾ ਨਹੀਂ ਨਾ ਹੈ। ਸਾਡੇ ਮਨ ਦੇ ਵਿੱਚ ਵੀ ਕੋਈ ਹੈ ਨਹੀਂ ਇਸ ਤਰ੍ਹਾਂ ਦੀ ਕਿ ਗੁਰਸਿੱਖ ਦੇ ਬ੍ਰਹਮ ਗਿਆਨੀ ਦੇ ਮਨ 'ਚ ਹੈ ਨਹੀਂ ਹੁੰਦੀ ਇਸ ਤਰ੍ਹਾਂ ਦੀ। ਉਹਦੇ ਲਈ ਕੋਈ ਸਰੀਰਾਂ ਦੀ ਖਿੱਚ ਨਹੀਂ ਹੁੰਦੀ, ਉਹਦੇ ਲਈ ਤਾਂ ਆਮ ਆ ਸਾਰਾ ਕੁਛ, ਇਸੇ ਤਰੀਕੇ ਹੈ। ਪਰ ਆਮ ਜਦੋਂ ਉੱਥੇ ਤੱਕ ਨਹੀਂ ਪਹੁੰਚਿਆ ਹੁੰਦਾ, ਫਿਰ ਵਾਸ਼ਨਾਵਾਂ ਦਾ ਭਰਿਆ ਬੰਦਾ, ਉਹਦੀ ਥੋੜ੍ਹੀ ਜਿਹੀ ਸੁਰਤ ਹੋਰ ਹੁੰਦੀ ਹੈ। ਪਰ ਮਹਾਰਾਜ ਗੁਰੂ ਕਲਗੀਧਰ ਜੀ ਨੇ ਆਖਿਆ ਕਿ ਅਸੀਂ ਕੋਈ ਜੰਗਲਾਂ 'ਚ ਰਹਿਣ ਵਾਲੇ ਕੋਈ ਸੰਨਿਆਸੀ ਨਹੀਂ ਬਣਾਏ, ਅਸੀਂ ਇਸ ਸੰਸਾਰ ਵਿੱਚ ਰਹਿਣਾ, ਵਿੱਚ ਦੁਨੀਆ ਸੇਵ ਕਮਾਈ ਹੈ। ਫਿਰ ਦੁਨੀਆ ਵਿੱਚ ਰਹਿੰਦਿਆਂ, ਦੁਨੀਆ ਦੇ ਲੋਕਾਂ ਵਿੱਚ ਰਹਿੰਦਿਆਂ ਭਲਾ ਕਰਨਾ, ਭਲਾ ਕਰਨਾ ਇਹਨਾਂ ਵਰਗੇ ਬਣ ਕੇ, ਇਹਨਾਂ ਦੇ ਨਾਲ ਰਹਿਣਾ, ਇਹਨਾਂ ਵਰਗੇ ਸਰੀਰਕ ਜਿਹੜੀ ਮਰਿਆਦਾ ਹੈ ਉਹਦੇ ਅਨੁਸਾਰ ਰਹਿ ਕੇ ਸੁਰਤ ਉੱਚੀ ਰੱਖਣੀ ਹੈ। ਬਸ ਇਹ ਸਮਝਾਇਆ। ਫਿਰ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋ ਗਿਆ ਉਹ। ਇਉਂ ਸਤਿਗੁਰੂ ਦੇ ਪ੍ਰੇਮ ਵਿੱਚ ਰੰਗੇ ਰਹਿਣਾ ਸੁਰਤ ਨੂੰ, ਇਉਂ ਫਿਰ ਉਹਨੂੰ ਪਾ ਲੈਂਦਾ ਹੈ ਗੁਰਸਿੱਖ, ਇਉਂ ਬਖਸ਼ਿਸ਼ ਹੁੰਦੀ ਹੈ। ਹਉ ਵਾਰੀ ਜੀਉ ਵਾਰੀ ਆਪ ਨਿਵਾਰਣਿਆ, ਮੈਂ ਵਾਰੇ ਜਾਵਾਂ, ਕਹਿੰਦੇ ਮੈਂ ਬਲਿਹਾਰੇ ਜਾਵਾਂ ਬਈ, ਕਿਹਨਾਂ ਤੋਂ? ਆਪ ਨਿਵਾਰਨਿਆ, ਜਿਹੜੇ ਆਪਾ ਗਵਾਉਂਦੇ ਆ, ਨਿਮਰਤਾ 'ਚ ਰਹਿੰਦੇ ਹਨ, ਆਪਣੀ ਹਉਮੈ ਹੰਗਤਾ ਨੂੰ ਉੱਚੀ ਨਹੀਂ ਹੋਣ ਦਿੰਦੇ। ਸੁਖਮਨੀ ਸਾਹਿਬ ਪੜ੍ਹਦੇ ਆ ਨਾ, ਉਹਦੇ ਵਿੱਚ ਸ਼ਲੋਕ ਆਉਂਦਾ ਹੈ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਮਸਕੀਨੀਆਂ ਕਹਿੰਦੇ ਆ ਨਿਮਰਤਾ ਵਾਲੇ ਨੂੰ, ਮਸਕੀਨ ਨੂੰ। ਮਸਕੀਨ ਦਾ ਅਰਥ ਹੁੰਦਾ ਹੈ ਨਿਮਰਤਾ ਵਾਲਾ।
गुरु अर्जन देव महाराज कहते जिस दे अंदर निमरता है, जिस इंसान ने अपने मन नूं निमरता वाले पासे कर लिया, नीवां कर लिया, गुरु दे अगे, परमेश्वर दे अगे, रब दे प्यारिਆਂ दे अगे, कहते वो सुखी वसदा। फिर सुखी वसै मस्कीनियाँ आप निवार तले, निवार के नीवां करके तले नूं थले नूं। ਵੱਡੇ ਵੱਡੇ ਹੰਕਾਰੀ ਆ ਨਾਨਕ ਗਰਭ ਗਲੇ। ਦੂਜੇ ਪਾਸੇ ਵੱਡੇ ਵੱਡੇ ਹੰਕਾਰੀ ਨੇ ਜਿਨ੍ਹਾਂ ਦੇ ਮਨ 'ਚ ਬੜਾ ਸਾਰਾ ਹੰਕਾਰ ਹੈ ਕਿ ਮੇਰੇ ਜੈਸਾ ਕੋਈ ਹੈ ਨਹੀਂ। ਮਹਾਰਾਜ ਕਹਿੰਦੇ ਹੰਕਾਰ 'ਚ ਗਲ ਜਾਂਦੇ ਆ, ਸੜ ਜਾਂਦੇ ਆ, ਕੋਈ ਭਲਾ ਨਹੀਂ ਆਪਣਾ ਕਰਵਾ ਸਕਦੇ, ਸੁਖੀ ਨਹੀਂ ਹੁੰਦੇ। ਗੱਲ ਤਾਂ ਇੰਨੀ ਆ, ਪਰ ਇਹਦੇ ਪਿੱਛੇ ਇੱਕ ਪੁਰਾਤਨ ਮਹਾਤਮਾ ਹੁੰਦੇ ਸਨ ਜਿਹੜੇ ਸਾਡੇ ਵਿਦਵਾਨ, ਉਹ ਕਿਸੇ ਗੱਲ ਨੂੰ ਸਮਝਾਉਣ ਵਾਸਤੇ ਉਹਦਾ ਪਿਛੋਕੜ ਵੀ ਲੈ ਲੈਂਦੇ। ਤਾਂ ਇਸ ਗੱਲ ਨੂੰ ਇੱਕ ਘਟਨਾ ਨਾਲ ਵੀ ਇਤਿਹਾਸਕ ਪੱਖ ਬਣਾ ਕੇ ਵੀ ਜੋੜਿਆ ਹੋਇਆ, ਸਾਖੀ ਦੇ ਰੂਪ ਵਿੱਚ, ਉਹ ਵੀ ਬੜਾ ਕੰਮ ਦਾ। ਉਹ ਕੀ ਕਿ ਇੱਕ ਪਹਿਲਵਾਨ ਸੀ, ਉਹ ਕਹਿੰਦੇ ਉਹਦਾ ਨਾਂ ਸੀ ਮਸਕੀਨੀਆਂ। ਹੋ ਵੀ ਸਕਦਾ ਕਈ ਬੰਦੇ ਆ ਉੱਦਾਂ ਵੀ ਸੰਤ ਹੁੰਦੇ, ਉਹਨਾਂ ਦਾ ਨਾਮ ਵੀ ਸੰਤ ਸਿੰਘ ਹੁੰਦਾ, ਦੋਵੇਂ ਚੀਜ਼ਾਂ ਹੁੰਦੀਆਂ। ਉੱਦਾਂ ਵੀ ਉਹਦੇ ਗੁਣ ਚੰਗੇ ਹੁੰਦੇ ਆ ਅਤੇ ਉਹਦਾ ਨਾਮ ਵੀ ਉਸ ਤਰੀਕੇ ਦਾ ਹੁੰਦਾ। ਬੜੇ ਸਾਰੇ ਐਸੇ ਗੁਰਮੁਖ ਹੁੰਦੇ ਹਨ। ਉਹ ਪਹਿਲਵਾਨ ਸੀ, ਬੜਾ ਭਾਰੀ ਯੋਧਾ ਸੀ, ਤਕੜਾ। ਅਤੇ ਪਰ ਉਹਦੇ ਸਾਹਮਣੇ ਇੱਕ ਬੜਾ ਮਾੜਚੂ ਜਿਹਾ ਗਰੀਬ ਜਿਹਾ ਬੰਦਾ ਆ ਗਿਆ। ਉਹ ਪਹਿਲਵਾਨ ਦੀ ਕੋਈ ਝੰਡੀ ਨਹੀਂ ਸੀ ਫੜਦਾ, ਉਹ ਤਾਂ ਵੱਡੇ ਵੱਡੇ ਯੋਧਿਆਂ ਨੂੰ ਪਲਟਾ ਕੇ ਮਾਰਿਆ ਕਰਦਾ। ਪਰ ਗਰੀਬ ਬਿਲਕੁਲ ਮਾੜਚੂ ਜਿਹਾ ਬੰਦਾ ਜਦੋਂ ਉਹਦੇ ਸਾਹਮਣੇ ਆਇਆ ਨਾ, ਉਹਨੇ ਵੇਖਿਆ ਵੀ ਇਹ ਮੇਰੇ ਨਾਲ ਕਿੱਥੇ ਲੜ ਸਕਦਾ, ਇਹਨੂੰ ਤਾਂ ਮੈਂ ਚੁੱਕ ਕੇ ਹੁਣ ਮਾਰਨਾ। ਪਰ ਉਹਨੇ ਜਦੋਂ ਉਹਦੇ ਨਾਲ ਹੱਥ ਮਿਲਾਇਆ, ਪੁੱਛਿਆ ਤੂੰ ਮਰਨ ਵਾਸਤੇ ਆਇਆ? ਉਹਨੇ ਅੱਗੋਂ ਆਖ ਦਿੱਤਾ, ਕਹਿੰਦਾ ਧੀ ਦਾ ਵਿਆਹ ਹੈ, ਮੈਨੂੰ ਪਤਾ ਹੈ ਵੀ ਜੇ ਤਾਂ ਤੈਨੂੰ ਜਿੱਤ ਗਏ ਫਿਰ ਤਾਂ 100 ਮਿਲਣਾ, ਤੇਰੇ ਤੋਂ ਹਾਰਨ ਦੇ ਵੀ 50 ਨੇ ਤੇਰੀ ਟੱਕਰ ਵਿੱਚ। ਇਸ ਲਈ ਮੈਂ ਤਾਂ ਆਪਣਾ ਕੋਈ ਨਾ ਮਰ ਜਾਂਗਾ, ਪਰ ਧੀ ਦਾ ਵਿਆਹ ਤਾਂ ਹੋ ਜਾਏਗਾ ਸੌਖਾ। ਕਹਿੰਦੇ ਉਸ ਬੰਦੇ ਨੇ ਉਹਨੂੰ ਆਖਿਆ ਕੋਈ ਨਾ, ਤੂੰ ਮਰਨਾ ਦੇ ਕੀ, ਤੈਨੂੰ ਮੈਂ ਹਾਰਨ ਨਹੀਂ ਦਿੰਦਾ। ਆਪਾਂ ਪਹਿਲਾਂ ਥੋੜ੍ਹੀ ਜਿਹੀ ਐਕਟਿੰਗ ਜੀ ਕਰਾਂਗੇ, ਕੁਸ਼ਤੀ ਖੇਡਾਂਗੇ, ਛਾਲਾਂ ਛੂਲਾਂ ਜਿਹੀਆਂ ਮਾਰਾਂਗੇ। ਇਉਂ ਹੀ ਕਰਦੇ ਰਹੇ, ਮਨੋਰੰਜਨ ਵੀ ਲੋਕਾਂ ਦਾ ਕੀਤਾ। 15-20 ਮਿੰਟ, ਅੱਧਾ ਘੰਟਾ ਲੋਕ ਕਹਿੰਦੇ ਬਈ ਬੜਾ ਮਾੜਚੂ ਜਿਹਾ ਬੰਦਾ, ਬੜਾ ਹੱਥ ਹੀ ਨਹੀਂ ਆਉਂਦਾ, ਛਡਾ ਜਾਂਦਾ, ਆਪੇ ਛੱਡ ਦਿਆ ਕਰੇ। ਆਖਰ ਕਰਦਿਆਂ 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 ਨਾਮ ਵੱਧਦਾ ਵੱਧਦਾ ਕਾਫੀ ਹੋ ਗਿਆ। ਆਖਰ ਵੱਡਾ ਪਹਿਲਵਾਨ ਸੀ ਜਿਹੜਾ ਥੱਲੇ ਡਿੱਗ ਗਿਆ ਅਤੇ ਗਰੀਬ ਉਹਦੇ ਉੱਤੇ ਬੈਠ ਗਿਆ। ਵੱਡੇ ਪਹਿਲਵਾਨ ਨੇ, ਮਸਕੀਨੀਏ ਨੇ ਆਪਣੇ ਮੋਢੇ ਧਰਤੀ ਨੂੰ ਲਾ ਲਏ। ਜੈ ਜੈਕਾਰ ਹੋ ਗਈ ਅਤੇ ਮਸਕੀਨੀਏ ਦੀ ਥੋੜ੍ਹੀ ਥੋੜ੍ਹੀ ਥੂ ਥੂ ਵੀ ਹੋਈ ਕਿ ਐਡਾ ਵੱਡਾ ਪਹਿਲਵਾਨ ਸੀ, ਉਹ ਬੰਦੇ ਤੋਂ ਹਾਰ ਗਿਆ ਬਈ। ਪਰ ਜਿਸ ਵੇਲੇ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਾ, ਉਦੋਂ ਉਹਨਾਂ ਨੇ ਆਖਿਆ ਬਈ ਦੇਖੋ ਕਿੱਡੀ ਵੱਡੀ ਗੱਲ ਹੈ ਉਹਦੀ। ਉਹ ਬੰਦੇ ਨੇ ਆਪਣਾ ਆਪਾ ਛੱਡ ਕੇ ਨੀਵਾਂ ਹੋ ਗਿਆ, ਪਰ ਉਹ ਇਨਸਾਨ ਅਸਲ ਰੂਪ 'ਚ ਨੀਵਾਂ ਨਹੀਂ ਹੈ। ਅਸ਼ੀਸ਼ ਦਿੱਤੀ, ਮਹਾਰਾਜ ਕਹਿੰਦੇ ਬਈ ਸੁਖੀ ਵਸੇ ਇਹੋ ਜਿਹਾ ਬੰਦਾ, ਰੱਬ ਉਹਦੇ ਘਰ ਸੁੱਖ ਭੇਜੇ, ਉਹਦੇ ਬੱਚੇ ਸੁਖੀ ਰਹਿਣ, ਉਹਦਾ ਪਰਿਵਾਰ ਸੁਖੀ ਰਹੇ। ਜਿਹੜੇ ਬੰਦੇ ਨੇ ਦੂਸਰੇ ਦੇ ਦਰਦ ਨੂੰ, ਦੁੱਖ ਨੂੰ ਪਹਿਚਾਣਿਆ ਅਤੇ ਆਪਣੀ ਹਉਮੈ ਨੂੰ ਛੱਡ ਕੇ ਨੀਵਾਂ ਹੋ ਗਿਆ। ਸੁਖੀ ਵਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ। ਦੂਜਾ ਪੱਖ ਇਹ ਵੀ ਸਾਖੀ ਰੂਪ 'ਚ ਸਮਝਾ ਦਿੰਦੇ, ਪਰ ਉਂਝ ਨਿਵਾਰਨਾ ਹੁੰਦਾ ਨੀਵੇਂ ਹੋ ਜਾਣਾ, ਭਾਵੇਂ ਮਨ ਕਰਕੇ, ਤਨ ਕਰਕੇ, ਵਚਨਾਂ ਕਰਕੇ ਨਿਮਰਤਾ 'ਚ ਰਹਿ ਜਾਣਾ। ਹਉ ਵਾਰੀ ਜੀਓ ਵਾਰੀ ਆਪ ਨਿਵਾਰਣਿਆ। ਕਹਿੰਦੇ ਮੈਂ ਵਾਰੇ ਜਾਵਾਂ ਬਈ ਗੁਰਮੁਖੋ, ਬਲਿਹਾਰੇ ਜਾਵਾਂ ਕਿਹਨਾਂ ਤੋਂ ਜੀ? ਆਪ ਨਿਵਾਰਣਿਆ। ਜਿਹੜੇ ਨੀਵੇਂ ਹੋ ਜਾਂਦੇ, ਆਪਣੇ ਆਪੇ ਨੂੰ ਨੀਵਾਂ ਕਰ ਲੈਂਦੇ ਆ ਗੁਰੂ ਦੇ ਅੱਗੇ, ਗੁਰਸਿੱਖਾਂ ਦੇ ਅੱਗੇ, ਗੁਰਮੁਖਾਂ ਦੇ ਅੱਗੇ, ਹਉਮੈ ਨਹੀਂ ਰੱਖਦੇ।
ਨੀਵੇਂ ਰਹਿੰਦੇ। ਆਪ ਗਵਾਏ ਤਾਂ ਹਰ ਪਾਏ। ਜਿਹੜਾ ਇਨਸਾਨ ਸਾਧ ਸੰਗਤ ਆਪਣੇ ਆਪੇ ਨੂੰ ਗਵਾ ਲਏ, ਜਾਣੀ ਆਪਣੇ ਮਨ ਦੀਆਂ ਵਾਸ਼ਨਾਵਾਂ 'ਤੇ ਕਾਬੂ ਪਾ ਲਏ, ਤਾਂ ਹਰ ਪਾਏ। ਸਤਿਗੁਰੂ ਗੁਰੂ ਅਮਰਦਾਸ ਜੀ ਜੁਗਤੀ ਦੱਸ ਰਹੇ ਆ, ਕਹਿੰਦੇ ਤਾਂ ਫਿਰ ਰੱਬ ਨੂੰ ਵੀ ਪਾ ਲੈਂਦਾ। ਜੁਗਤੀ ਬੜੀ ਮਸ਼ਹੂਰ ਕੀਤੀ ਲੋਕਾਂ ਨੇ। ਬੁੱਲੇ ਸ਼ਾਹ ਦੀ ਇੱਕ ਛੋਟੀ ਜਿਹੀ ਕਲਾਮ, ਉਹ ਕਹਿੰਦੇ ਜਾਂਦਾ ਸ਼ਾਹ ਨਾਇਤ ਕੋਲ, ਕਹਿੰਦਾ ਅੱਜ ਤਾਂ ਦੱਸ ਏ ਦੇ ਬਸ ਰੱਬ ਨੂੰ ਮਿਲਣ ਦੀ ਜੁਗਤੀ। ਦੱਸ ਕੀ ਆ? ਉਹ ਕਹਿੰਦਾ ਉਹ ਪਨੀਰੀ ਜੀ ਲਾ ਰਿਹਾ ਸੀ ਅੱਗੋਂ ਪਿਆਜ਼ ਦੀ ਗੰਢਿਆਂ ਦੀ, ਕਹਿੰਦਾ ਬੁੱਲਿਆ ਰੱਬ ਦਾ ਕੀ ਪਾਉਣਾ, ਰੱਬ ਦਾ ਪਾਉਣਾ ਕੀ ਔਖਾ? ਕਹਿੰਦਾ ਹੋਰ ਕਈ ਤਰੀਕਾ। ਕਹਿੰਦਾ ਇੱਧਰੋਂ ਪੁੱਟਣਾ ਇੱਧਰ ਲਾਉਣਾ। ਪੁੱਟਿਆ ਗੰਢਾ ਪਿਆਜ਼ ਇੱਧਰੋਂ ਪੁੱਟ ਕੇ ਉੱਧਰ ਲਾਤਾ। ਕਹਿੰਦਾ ਇੰਨੀ ਗੱਲ ਹੈ। ਉਹ ਤਾਂ ਫਿਰ ਵੀ ਇੱਕ ਕਹਿ ਲਓ ਕਿ ਪੂਰਾ ਬੰਦ ਬਣ ਗਿਆ ਨਾ। ਬੁੱਲਿਆ ਰੱਬ ਦਾ ਕੀ ਪਾਉਣਾ, ਇੱਕ ਲਾਈਨ ਇੱਧਰੋਂ ਪੁੱਟਣਾ ਇੱਧਰ ਲਾਉਣਾ, ਦੋ ਲਾਈਨਾਂ। ਇੱਥੇ ਗੁਰੂ ਅਮਰਦਾਸ ਜੀ ਨੇ ਅੱਧੀ ਲਾਈਨ ਵਿੱਚ ਜਿਹੜੀ ਆਪ ਗਵਾਏ ਤਾਂ ਹਰ ਪਾਏ, ਆਪ ਇੱਕ ਗਵਾਏ ਦੋ ਤਾਂ ਤਿੰਨ, ਹਰ ਚਾਰ ਪਾਏ ਪੰਜ। ਪੰਜ ਸ਼ਬਦ ਪੰਜਾਂ 'ਚ ਕਹਿ ਦਿੱਤਾ। ਉਨੀ ਉਦੋਂ ਵੀ ਵੱਡੀ ਗੱਲ ਕਹਿ। ਕਹਿੰਦੇ ਲਾਉਣਾ ਲੂਣਾ ਵੀ ਕਿਤੇ ਨਹੀਂ, ਬਸ ਇੱਧਰੋਂ ਪੁੱਟ ਕੇ ਇੱਧਰ ਲਾ ਲਓ ਨਾ। ਆਪਾਂ ਭਾਵ ਛੱਡ ਦਿਓ, ਗੁਰੂ ਦੇ ਦਰ 'ਤੇ ਆ ਕੇ ਗੁਰੂ ਦੇ ਬਣ ਜਾਈਏ। ਆਪਾਂ ਗਵਾ ਲਈਏ ਵੀ ਮੈਂ ਤਾਂ ਕੁਛ ਹੈ ਨਹੀਂ, ਮੇਰੀ ਹਸਤੀ ਤੇਰੇ ਸਾਹਮਣੇ ਕੁਛ ਵੀ ਨਹੀਂ। ਜੋ ਕਰਨਾ ਤੂੰ ਮਾਲਕ ਹੈ ਜੀਵਨ ਦਾ, ਜ਼ਿੰਦਗੀ ਦਾ। ਫਿਰ ਰੱਬ ਨੂੰ ਕਹਿੰਦੇ ਪਾਏ ਲਿਆ ਉਹਨੇ ਬੰਦੇ ਨੇ, ਫਿਰ ਪਾ ਲੈਂਦਾ। ਇਉਂ ਗੁਰੂ ਅਮਰਦਾਸ ਜੀ ਕਿੱਡੀ ਵੱਡੀ ਜੁਗਤੀ ਦੱਸ ਰਹੇ। ਹਰ ਸਿਉ ਸਹਿਜ ਸਮਾਵਣਿਆ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਇਉਂ ਕਰਨ ਵਾਲਾ ਇਨਸਾਨ, ਅੱਧੀ ਪੰਕਤੀ 'ਚ ਕਹਿ ਦਿੱਤਾ, ਪਹਿਲਾਂ ਜੁਗਤੀ ਦੱਸ ਦਿੱਤੀ, ਆਪ ਗਵਾਏ ਤਾਂ ਹਰ ਪਾਏ। ਅੱਧੀ ਪੰਕਤੀ, ਅੱਧੀ 'ਚ ਅਗਲੀ 'ਚ ਅੱਧੀ 'ਚ ਹਰ ਸਿਉ ਸਹਿਜ ਸਮਾ ਬਣਿਆ। ਕਹਿੰਦੇ ਉਹ ਬੰਦਾ ਤੇ ਹਰੀ ਪ੍ਰਮਾਤਮਾ ਨਾਲ ਸਹਿਜ ਹੀ ਅਭੇਦ ਹੋ ਜਾਂਦਾ, ਸਮਾ ਜਾਂਦਾ ਹੈ। ਜਣੀ ਉਹ ਜਦੋਂ ਦੇਖਦਾ ਸਾਹਮਣੇ ਪ੍ਰਮਾਤਮਾ ਹੀ ਖੜਾ ਹੁੰਦਾ। ਉਹਤੇ ਜਦੋਂ ਆਪਾ ਗਵਾ ਲਿਆ, ਜਦੋਂ ਮੈਂ ਨਹੀਂ ਨਾ ਰਿਹਾ, ਫਿਰ ਜਿਹੜਾ ਅੰਦਰ ਫਿਰ ਬਚਦਾ ਉਹ ਤੂੰ ਹੀ ਹੁੰਦਾ। ਜਦੋਂ ਆਪ ਗਵਾਈ ਹੈ ਫਿਰ ਕੀ ਹੁੰਦਾ, ਤਾਂ ਸਹੁ ਪਾਈ ਹੈ। ਜਦੋਂ ਆਪ ਜ਼ੋਰ ਛੱਡ ਦਿੱਤਾ, ਬਾਣੀ 'ਚ ਲਿਖਿਆ, ਬਾਣੀ ਇੱਕ ਗੁਰੂ ਅਮਰਦਾਸ ਜੀ ਦਾ ਸ਼ਬਦ ਆਉਂਦਾ, ਸ਼ੇਖਾ ਅੰਦਰੋਂ ਜ਼ੋਰ ਛੱਡ, ਤੂੰ ਭਾਉ ਕਰ ਝੱਲ ਗਵਾਏ। ਉਹ ਸ਼ੇਖਾ ਸ਼ਰਾਰਤਾਂ ਨਾ ਕਰਿਆ ਕਰ, ਜ਼ੋਰ ਜੇ ਨਾ ਲਾਇਆ ਕਰ, ਅੰਦਰੋਂ ਨਹੀਂ ਪਕੜ ਛੱਡਦਾ ਬੰਦਾ। ਅੰਦਰ ਦਾ ਜ਼ੋਰ ਛੱਡ, ਪ੍ਰੇਮ ਪਾ, ਝੱਲ ਗਵਾ ਲਾ, ਝੱਲਾ ਨਾ ਬਣਿਆ। ਫਿਰ ਕਿੱਡੀ ਵੱਡੀ ਗੱਲ। ਇਉਂ ਕਹਿੰਦੇ ਫਿਰ ਸਹਿਜ ਸਮਾ ਬਣਿਆ। ਫਿਰ ਕੋਈ ਹੱਥ ਪੈਰ ਨਹੀਂ ਮਾਰਨੇ ਪੈਂਦੇ, ਕੋਈ ਪੁੱਠਾ ਨਹੀਂ ਲਟਕਣਾ ਪੈਂਦਾ, ਕੋਈ ਜਲ ਧਾਰੇ ਨਹੀਂ ਕਰਨੇ ਪੈਂਦੇ। ਆਹਾ ਮਹਾਰਾਜ ਕਹਿੰਦੇ ਸਹਿਜ ਸਮਾ ਬਣਿਆ। ਆਪੇ ਹੀ ਜਿਵੇਂ ਨਦੀ 'ਚ ਕੋਈ ਚੀਜ਼ ਸੁੱਟ ਦਿੱਤੀ, ਨਦੀ ਉਹਨੂੰ ਲੈ ਗਈ ਵਹਾ ਕੇ। ਇਉਂ ਕਹਿੰਦੇ ਸਮਾ ਜਾਂਦੇ ਹਨ। ਰਹਾਓ ਵਿਸ਼ਰਾਮ ਦੇ ਕੇ ਸਮਝਾ ਰਹੇ। ਪੂਰਬ ਲਿਖਿਆ ਸੋ ਕਰਮ ਕਮਾਇਆ। ਬਈ ਪਿਛਲਾ ਕੋਈ ਜੇ ਕੋਈ ਪੁੱਛੇ ਉੱਥੇ ਜਾ ਕੇ ਵੀ ਤੂੰ ਕੁਛ ਕੀਤਾ, ਤੂੰ ਕੀ ਕੀਤਾ, ਉਹ ਬੰਦਾ ਆਖੇ ਜੀ ਮੈਂ ਬੰਦਗੀ ਕੀਤੀ, ਮੈਂ ਪਾਠ ਕੀਤਾ, ਮੈਂ ਸੇਵਾ ਕੀਤੀ, ਫਿਰ ਵੀ ਔਖਾ, ਫਿਰ ਵੀ ਮੈਂ ਪਈ ਹੈ। ਫਿਰ ਤਰੀਕਾ ਕੀ ਆ ਉਹ? ਕਹਿੰਦੇ ਫਿਰ ਉਹ ਬੰਦਾ ਕਹਿੰਦਾ ਵੀ ਇਹ ਕੋਈ ਪੂਰਬ ਲਈ ਮੇਰਾ ਕਰਮ ਸੀ। ਬਈ ਕਿੰਨਾ ਸੌਖਾ ਹੋ ਗਿਆ ਨਾ ਹਉਮੈ ਛੱਡਣ ਦਾ ਤਰੀਕਾ। ਕੋਈ ਬੰਦਾ ਕਿਤੇ ਪਹੁੰਚਿਆ, ਕੋਈ ਜਿੱਤਦਾ ਬੰਦਾ, ਕੋਈ ਪੜ੍ਹਦਾ ਬੰਦਾ, ਕੋਈ ਵੱਡੀ ਡਿਗਰੀ ਲੈਂਦਾ, ਉਹਨੂੰ ਪੁੱਛਦਾ ਕਿਵੇਂ ਲਈ, ਉਹ ਦੱਸਦਾ ਨਾ ਮੈਂ ਇਉਂ ਪੜ੍ਹਿਆ, ਮੈਂ ਰਾਤਾਂ ਨੂੰ ਜਾਗਦਾ ਰਿਹਾ,
मैं मेहनतां कीतियां, मैं फीसां भरियां, मैं ਉਹ ਕੀਤਾ, मैं ਭੱਜ ਨੱਠ ਕੀਤੀ, ਕਿੰਨਾ ਕੁਛ ਕਰਦਾ। ਕਹਿੰਦਾ ਮੈਂ ਕੋਚਿੰਗ ਲਈ ਆ, ਫਿਰ ਮੈਂ ਪਹੁੰਚੀ। ਹੁਣ ਇੱਥੇ ਇੱਕ ਦੁਨਿਆਵੀ ਉਹਦੇ 'ਤੇ ਜਾ ਕੇ ਬੰਦਾ ਇੱਕ ਗੱਲ ਦਾ ਇਹ ਕਹਿ ਲਓ ਕਿ ਮਾਣ ਕਰਦਾ, ਹੰਕਾਰ ਕਰਦਾ, ਕਰ ਸਕਦਾ ਉਹ। ਪਰ ਇੱਧਰ ਥੋੜ੍ਹੀ ਜਿਹੀ ਇਹ ਬੰਦੇ ਨੂੰ ਹੋਰ ਮਹੀਨਤਾ ਨਾਲ ਸੋਚਣਾ ਪੈਂਦਾ। ਇੱਥੇ ਜਾ ਕੇ ਪਹੁੰਚ ਕੇ ਇਹ ਨਹੀਂ ਕਹਿ ਸਕਦਾ ਮੈਂ ਪਹੁੰਚ ਗਿਆ, ਕਿ ਮੈਂ ਪਾ ਲਿਆ, ਪ੍ਰਾਪਤੀ ਹੋ ਗਈ। ਬ੍ਰਹਮ ਗਿਆਨੀ ਨੂੰ ਵੀ ਪੁੱਛ ਲਓ ਤੂੰ ਪਾ ਲਿਆ, ਉਹ ਕਹੇਗਾ ਵੀ, ਉਹ ਇਹ ਨਹੀਂ ਕਹੇਗਾ ਵੀ ਹਾਂ ਪਾ ਲਿਆ, ਵੀ ਹਾਂ ਮੈਂ ਬ੍ਰਹਮ ਹੋ ਗਿਆ, ਮੈਂ ਪਰਮਾਤਮਾ ਹੋ ਗਿਆ। ਐਸਾ ਨਹੀਂ। ਉਹ ਤਾਂ ਕਹਿੰਦਾ ਮੈਂ ਕੀ ਪਾ ਸਕਦਾ, ਉਹਨੂੰ ਪਾ ਸਕਦਾ। ਕੋਈ ਬੰਦਾ ਪਾ ਲੇਗਾ ਉਹਨੂੰ। ਚਮਚ ਚਲਾ ਜਾਏ ਲਾ ਸਮੁੰਦਰ ਨੂੰ ਪਾਉਣ, ਚਮਚ 'ਚ ਸਮੁੰਦਰ ਆ ਜਾਏਗਾ? ਸਵਾਲ ਇਹ ਗਲਤ ਹੈ। ਕੀਤਾ ਹੀ ਨਹੀਂ ਜਾ ਸਕਦਾ, ਨਾ ਉਹ ਦੱਸ ਸਕਦਾ। ਇੱਥੇ ਜਾ ਕੇ ਤਾਂ ਜੇ ਕੋਈ ਗੱਲ ਕਹੇਗਾ ਵੀ, ਤੇ ਉੱਥੇ ਜਾ ਕੇ ਕਹੇਗਾ ਵੀ ਮੈਂ ਕੁਛ ਵੀ ਨਹੀਂ ਕੀਤਾ, ਮੈਂ ਤੇ ਕੁਛ ਵੀ ਨਹੀਂ ਆ, ਮੈਂ ਤੇ ਹਜੇ ਤੁਰਿਆ ਵੀ ਨਹੀਂ, ਮੇਰੀ ਤੇ ਹਸਤੀ ਨਹੀਂ, ਬਸ ਮੈਂ ਤੇ ਅੱਖਾਂ ਬੰਦ ਸੀਆਂ, ਉਹਨੇ ਖੋਲ੍ਹੀਆਂ, ਆਪੇ ਹੀ ਅੱਗੇ ਖੜਾ ਸੀ ਮੇਰੇ ਬਸ। ਗੱਲ ਆ। ਕਹਿੰਦੇ ਫਿਰ ਉਹ ਕਿਹੜੇ ਸ਼ਬਦਾਂ ਨਾਲ ਗੱਲ ਕਰਦੇ ਆ? ਕਹਿੰਦੇ ਪੂਰਬ ਲਿਖਿਆ ਸੋ ਕਰਮ ਕਮਾਇਆ। ਫਿਰ ਇੱਕ ਚੀਜ਼ ਤੀਜੀ ਆ ਜਾਂਦੀ ਹੈ, ਉਹ ਕੀ? ਪੂਰਬਲਾ ਕੋਈ ਭਾਈ ਕਰਮ ਹੋਣਾ, ਪਰਮੇਸ਼ਰ ਨੇ ਮੱਥੇ 'ਤੇ ਮੋਹਰ ਲਾਈ ਹੋਣੀ, ਉਹਨੇ ਕਰਮ ਬਖਸ਼ਿਸ਼ ਕੀਤੀ, ਉਹਨੇ ਸੇਵਾ ਸਿਮਰਨ ਵਾਲੀ ਕਮਾਈ ਵਿੱਚ ਲਾਇਆ। ਸਤਿਗੁਰ ਸੇਵ ਸਦਾ ਸੁਖ ਪਾਇਆ। ਭਾਈ ਅਸੀਂ ਤਾਂ ਗੁਰੂ ਦੀ ਸੇਵਾ ਕਰਦੇ ਹਾਂ, ਗੁਰੂ ਦੇ ਸੇਵਕ ਹਾਂ, ਅਤੇ ਗੁਰੂ ਦੀ ਸੇਵਾ ਜਿਨ੍ਹਾਂ ਕੀਤੀ ਉਹਨਾਂ ਨੇ ਸਦਾ ਸੁਖ ਪਾਇਆ, ਹਮੇਸ਼ਾ ਦਾ ਸੁਖ। ਲਓ, ਸਿੱਧਾ ਉੱਤਰ ਨਹੀਂ ਹੈ ਕਿ ਹਾਂ ਮੈਂ ਪਾ ਲਿਆ। ਰਵਿਦਾਸ ਜੀ ਨੂੰ ਪੁੱਛੋ, ਉਹ ਇਹ ਨਹੀਂ ਆਖਿਆ ਵੀ ਤੂੰ ਕਰਤਾ ਮੈਂ ਹੂੰ, ਆਇਆ ਨਹੀਂ ਆਖਿਆ ਵੀ ਤੈਨੂੰ ਕਹਿੰਦੇ ਅਤੇ ਮੇਰੇ ਵਿੱਚ ਤੂੰ ਆ ਗਿਆ ਅਤੇ ਮੈਂ ਵੱਡਾ ਬਣ ਗਿਆ ਨਾ। ਕਹਿੰਦੇ ਤੂੰ ਕਰਦਾ ਸੀ, ਪਰ ਤੂੰ ਹੀ ਉਹ ਬਣ ਗਿਆ, ਮੈਂ ਰਿਹਾ ਹੀ ਨਹੀਂ। ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਮੇਰੇ 'ਚ ਵੀ ਮੈਂ ਅਹੰਪਣਾ ਨਹੀਂ ਰਿਹਾ। ਮੇਰਾ ਤਾਂ ਆਪਣਾਪਨ ਪਰਾਇਆਪਨ ਮਿਟ ਗਿਆ। ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਮੈਂ ਤਾਂ ਜਿੱਧਰ ਨੂੰ ਵੇਖਦਾ ਹਾਂ ਤੂੰ ਨਜ਼ਰੀ ਆਉਂਦਾ ਹੈ। ਤਾਂ ਮਹਾਰਾਜ ਕਹਿੰਦੇ ਨਹੀਂ ਕਿ ਫਿਰ ਉੱਥੇ ਜਾ ਕੇ ਇਹ ਮਤਲਬ ਕੋਈ ਦਾਅਵਾ ਕਰਨ ਵਾਲਾ ਵੀ ਨਹੀਂ ਰਹਿੰਦਾ। ਬਾਬਾ ਰਵਿਦਾਸ ਜੀ ਨੂੰ ਪੁੱਛਿਆ ਪਰਮਾਤਮਾ ਨੂੰ ਤੁਸੀਂ ਮਿਲ ਪਏ? ਉਹ ਕਹਿੰਦੇ ਮੈਂ ਕਿਵੇਂ ਮਿਲ ਸਕਦਾ, ਜਿੰਨਾ ਚਿਰ ਤਾਂ ਮੈਂ ਸੀ ਉਹਨਾਂ ਚਿਰ ਉਹ ਆ ਹੀ ਨਹੀਂ ਸਕਦਾ। ਲਓ ਕਰ ਲਓ ਗੱਲ। ਇਹ ਵੀ ਬੂੰਦ ਨੂੰ ਕੋਈ ਪੁੱਛੇ ਤੂੰ ਸਾਗਰ ਹੋ ਗਈ, ਜਿੰਨਾ ਚਿਰ ਕਹਿਣ ਵਾਲੀ ਆ ਵੀ ਮੈਂ ਸਾਗਰ ਹੋ ਗਈ, ਉਹਨਾਂ ਚਿਰ ਹੋਈ ਨਹੀਂ ਬੂੰਦ ਬਣਾ। ਜਿੱਦਣ ਸਾਗਰ 'ਚ ਡਿੱਗ ਗਈ ਉਦਣ ਕਹਿਣ ਵਾਲਾ ਨਹੀਂ ਕੋਈ। ਬੂੰਦ ਪਾਣੀ ਦੀ ਗੜਵੀ, ਪਾਣੀ ਦੀ ਬਾਲਟੀ ਨਦੀ 'ਚੋਂ ਕੱਢ ਲਓ, ਵਿੱਚ ਪਾ ਦਿਓ, ਫਿਰ ਉਹਨੂੰ ਆਖੋ ਲੈ ਪੈ ਗਈ, ਵਿੱਚ ਮਿਕਸ ਹੋ ਗਈ, ਉਹ ਆਖੇ ਹਾਂ ਹੋ ਗਈ, ਫਿਰ ਤਾਂ ਵੱਖਰੀ ਪਈ ਆ ਉਹ। ਜਿੱਦਣ ਵਿੱਚ ਹੋ ਗਈ ਉਦਣ ਸ਼ਾਂਤ ਹੋ ਜਾਏਗੀ, ਕੌਣ ਕਹਿਣ ਵਾਲਾ ਅਤੇ ਕੌਣ ਸੁਣਨ ਵਾਲਾ। ਰਵਿਦਾਸ ਜੀ ਕਹਿੰਦੇ ਮੈਂ ਕੀ ਦੱਸਾਂ, ਜਬ ਹਮ ਹੋਤੇ ਤਬ ਤੂੰ ਨਹੀਂ। ਜਿੰਨਾ ਚਿਰ ਮੈਂ ਸੀ ਤੂੰ ਤਾਂ ਹੈ ਨਹੀਂ ਸੀ। ਜੇ ਮੈਂ ਕਹਿਣ ਵਾਲਾ, ਕੋਈ ਦਾਅਵਾ ਕਰਨ ਵਾਲਾ ਵੀ ਹਾਂ ਮੈਂ ਬ੍ਰਹਮ ਗਿਆਨੀ ਹੋ ਗਿਆ, ਹਾਂ ਮੈਂ ਪਰਮਾਤਮਾ ਨੂੰ ਪਾ ਲਿਆ, ਹਾਂ ਮੈਂ ਰੱਬ ਹੋ ਗਿਆ, ਲਓ ਕਿੱਥੇ ਹੋ ਗਿਆ? नहीं हो सकता, है नहीं। जब हम होते तब तू नाही, अब तू ही मैं नाही। रविदास जी कहते हुण मैं तो है ही नहीं, ਉਹੀ है। कोई रविदास ਨੂੰ आवाज़ मारे, रविदास थोड़ा बोलता रब है। वो तो रविदास की हस्ती नहीं है कोई। अनल अगम जैसे लहर मई ओदध, ਜਲ ਕੇਵਲ ਜਲ ਮਾਹੀ। ਜਿਵੇਂ ਪਾਣੀ ਦੇ ਵਿੱਚ ਲਹਿਰਾਂ ਉੱਠਦੀਆਂ ਨੇ ਹਵਾ ਦੇ ਨਾਲ, ਅਨਲ ਹਵਾ ਅਗਮ ਚਲਦੀ,
ਜਦੋਂ ਲਹਿਰ ਚੱਲਦੀ, ਪਾਣੀ ਦੇ ਉੱਤੇ ਹਵਾ ਚੱਲਦੀ, ਲਹਿਰਾਂ ਉੱਠਦੀਆਂ ਦਿਸਦੀਆਂ ਪਰ ਪਾਣੀ 'ਚ ਡਿੱਗ ਜਾਂਦੀਆਂ, ਅਤੇ ਜਲ ਕੇਵਲ ਜਲ ਮਾਹੀ, ਮੁੜ ਕੇ ਉਸ ਲਹਿਰ ਦਾ ਕੋਈ ਵਜੂਦ ਨਹੀਂ ਰਹਿ ਜਾਂਦਾ ਹੈ। ਇਉਂ ਖੇਡ ਬਣੀ ਬਸ, ਕਹਿੰਦੇ ਇਉਂ ਹੁੰਦਾ। ਆਪਣੇ ਬਾਰੇ ਨਹੀਂ ਉਹਨਾਂ ਨੇ ਦੱਸਿਆ ਵੀ ਮੈਂ ਇਉਂ ਕੀਤਾ, ਕਿਉਂ ਮੈਂਪਣਾ ਤਾਂ ਹੈ ਨਹੀਂ ਸੀ, ਮੈਂਪਣ ਤਾਂ ਰਿਹਾ ਨਹੀਂ। ਇਉਂ ਕਹਿੰਦੇ ਨੇ, ਆਪ ਗਵਾਏ ਤਾਂ ਹਰ ਪਾਏ, ਹਰ ਸਿਉ ਸਹਿਜ ਸਮਾਵਣਿਆ। ਰਹਾਉ ਪੂਰਵ ਲਿਖਿਆ ਸੋ ਕਰਮ ਕਮਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ। ਪੂਰਵਲਾ ਕਰਮ ਕੋਈ ਪਿਛਲਾ ਉਗੜੇ ਆਇਆ ਹੈ, ਸਤਿਗੁਰੂ ਦੀ ਜਿਹਨੇ ਵੀ ਸੇਵਾ ਕੀਤੀ ਬਈ ਉਹਨੇ ਸੁਖ ਪਾਇਆ ਹਮੇਸ਼ਾ, ਉਹਨੂੰ ਸੁਖ ਦਿੱਤਾ ਮੇਰੇ ਮਾਲਕ ਨੇ। ਬਿਨ ਭਾਗਾਂ ਗੁਰ ਪਾਈਐ ਨਾਹੀ, ਸ਼ਬਦੈ ਮੇਲ ਮਿਲਾਵਣਿਆ। ਭਾਗਾਂ ਤੋਂ ਬਿਨਾਂ ਗੁਰੂ ਦੀ ਪ੍ਰਾਪਤੀ ਨਹੀਂ ਹੋਇਆ ਕਰਦੀ। ਭਾਗ ਕਰਮ ਸਾਥ ਨਾ ਦੇਣ, ਦਰਵਾਜ਼ੇ 'ਚੋਂ ਮੁੜ ਜਾਂਦਾ ਹੈ। ਗੁਰੂ ਮਿਲ ਪਵੇ, ਸਤਸੰਗਤ ਮਿਲ ਪਵੇ ਤਾਂ ਭਾਗ ਚੰਗੇ ਜਾਣੋ। ਬਾਣੀ ਨੇ ਤਾਂ ਗੱਲ ਆਖੀ, ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜਿਉ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ। ਭੂਲੇ ਮਾਰਗ ਜਿਨੈ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਵਸ ਰਹੇ ਹਿਰਦੈ ਗੁਰ ਚਰਨ ਪਿਆਰੇ। ਵੱਡ ਭਾਗੀ ਪਾਇਆ, ਵੱਡੇ ਭਾਗ, ਮੇਰੀ ਤਾਕਤ ਨਹੀਂ ਲਾਓ, ਇਹ ਵੀ ਗੱਲ ਕਰ ਦਿੱਤੀ ਉਹਨੇ। ਕੋਈ ਪਿੱਛੇ ਲਿਖਿਆ ਸੀ ਮੇਰੇ ਕਰਮ ਮੱਥੇ ਦਾ। ਇਹ ਇੱਕ ਗੱਲ ਇੱਦਾਂ ਦੀ ਹੈ ਵੀ ਲਫ਼ਜ਼ਾਂ 'ਚ ਨਹੀਂ ਇਹ ਸਮਝ ਆਉਣ ਵਾਲੀ, ਇਹ ਕਿਤੇ ਨਾ ਕਿਤੇ ਕਲੀਅਰ ਨਹੀਂ ਹੋਣੀ ਗੱਲ, ਇਹ ਗੱਲਾਂ ਬਾਤਾਂ। ਕਿਉਂ? ਉਹਨੇ ਕਹਿਣਾ ਨਹੀਂ ਵੀ ਮੈਂ ਹੋ ਗਿਆ, ਹੋਇਆ ਉਹੀ ਹੈ, ਪਰ ਹੁਣ ਉਹ ਕਹਿਣ ਵਾਲਾ ਨਹੀਂ, ਦੂਜਾ ਕਹਿ ਸਕਦਾ ਉਹ ਰੱਬ ਹੋ ਗਿਆ। ਉਹ ਬਾਲਟੀ ਪਾਣੀ 'ਚ ਡਿੱਗੀ, ਹੁਣ ਉਹ ਨਹੀਂ ਕਹਿ ਸਕਦੀ। ਜਿੰਨਾ ਚਿਰ ਉਹ ਕਹਿੰਦੀ ਨਹੀਂ ਉਹਨਾਂ ਚਿਰ ਜਿਹੜੇ ਪ੍ਰਮਾਣ ਨੇ ਉਹ ਸਿੱਧ ਨਹੀਂ ਹੁੰਦੇ। ਉਹ ਕਹਿੰਦਾ ਉਹਨੇ ਆਪਣੇ ਮੂੰਹੋਂ ਤਾਂ ਕਿਹਾ ਨਹੀਂ, ਪਰ ਉਹ ਕੀ, ਇਹ ਗ੍ਰੰਥ ਧਾਰਮਿਕ ਗ੍ਰੰਥ ਵਿੱਚ ਆਉਂਦਾ ਹੈ। ਇੱਕ ਲੂਣ ਦੀ ਡਲੀ ਨੂੰ ਕਿਸੇ ਆਖਿਆ, ਕਹਿੰਦੇ ਡਲੀਏ ਲੂਣ ਦੀ ਏ ਪੁਤਲੀਏ, ਜਾ ਦੇਖ ਕੇ ਆ ਸਮੁੰਦਰ ਕਿੰਨਾ ਕੁ ਡੂੰਘਾ। ਜਾ ਆਏਂਗੀ? ਕਹਿੰਦੀ ਹਾਂ। ਪਤਾ ਕਰਕੇ ਆਉਂਗੀ? ਦੱਸ ਦੇਂਗੀ? ਹਾਂ ਦੱਸੂਗੀ। ਪੱਕਾ ਵਾਅਦਾ ਕਰਕੇ ਜਾ? ਕਹਿੰਦੀ ਦੱਸੂਗੀ। ਠੀਕ ਹੈ। ਲੋਕ ਦੇਖਣ ਵਾਲੇ ਕੰਢੇ 'ਤੇ ਖੜ੍ਹ ਕੇ ਮਾਰੀ ਛਾਲ ਲੂਣ ਦੀ ਪੁਤਲੀ ਨੇ। ਹੁਣ ਉਡੀਕਦੇ ਰਹੇ, ਮੁੜ ਕੇ ਆਵੇ, ਦੱਸੇ ਸਮੁੰਦਰ ਕੈਸਾ ਹੈ, ਸਮੁੰਦਰ ਕਿੰਨਾ ਕੁ ਡੂੰਘਾ ਹੈ। ਅਤੇ ਕੌਣ ਦੱਸੇ? ਹੁਣ ਉਹ ਗ੍ਰੰਥਕਾਰ ਨੇ ਲਿਖਿਆ, ਚਲੀ ਪੋਤਲੀ ਲਾਉਣ ਕੀ ਥਾ ਸਿੰਧ ਕੀ ਲੈਣ। ਕਹਿੰਦੇ ਲੂਣ ਦੀ ਪੁਤਲੀ ਤਿਆਰੀ ਵਿਆਰੀ ਕਰਕੇ ਚੱਲ ਪਈ ਵੀ ਲੈ ਬਈ ਅੱਜ ਆ ਕੇ ਦੱਸੂਗੀ ਸਮੁੰਦਰ ਕਿੰਨਾ ਕੁ ਡੂੰਘਾ ਹੈ। ਹੁਣ ਗਈ ਅਤੇ ਅੰਦਰ ਜਾ ਕੇ ਵਿੱਚ ਘੁਲ ਗਈ, ਕੀ ਦੱਸਣਾ ਸੀ। ਨਾਥ ਨਾਥ ਆਪੇ ਭਈ, ਕਵੀ ਅਨਾਥ ਜੀ ਦਾ ਲਿਖਿਆ ਹੋਇਆ ਦੋਹਰਾ। ਕਵੀ ਅਨਾਥ ਜੀ ਕਹਿੰਦੇ ਅਨਾਥ ਨਾਥ ਆਪੇ ਭਈ। ਅਨਾਥ, ਇਹ ਕਵੀ ਅਨਾਥ, ਉਹ ਨਾਥ ਜਿਹੜੀ ਪ੍ਰਮਾਤਮਾ ਆਪੇ ਹੀ ਬਣ ਗਈ। ਇਹ ਅੰਦਰੀਬ ਅਰਥ ਲਾ ਲਏ। ਹੁਣ ਬਾਹਰੀ ਲੂਣ ਦੀ ਪੁਤਲੀ ਸਮੁੰਦਰ ਬਣ ਗਈ, ਲੂਣ 'ਚ ਜਿਉਂ ਡਿੱਗੀ ਸਮੁੰਦਰ 'ਚ ਸਾਗਰ ਹੋ ਗਈ। ਨਦੀ ਜਦੋਂ ਸਮੁੰਦਰ ਵਿੱਚ ਸਮਾਉਂਦੀ ਹੈ ਫਿਰ ਉਹ ਸਾਗਰ ਹੀ ਹੋ ਜਾਂਦੀ ਹੈ, ਫਿਰ ਉਹ ਪਿੱਛੇ ਨਦੀ ਨਹੀਂ ਰਹਿੰਦੀ ਹੈ। ਅਨਾਥ ਨਾਥ ਆਪੇ ਭਈ, ਪ੍ਰਗਟ ਕਹੇ ਕੋ ਬੈਨ। ਕਹਿੰਦੇ ਮੁੜ ਕੇ ਆ ਕੇ ਕਦੋਂ ਦੱਸੇ ਵੀ ਹਾਂ ਮੈਂ ਉਹਦੇ 'ਚ ਮਿਲ ਜਾਂਦੀ ਹਾਂ ਬਈ। ਜੇ ਉਹ ਆ ਕੇ ਕਹਿ ਦਿੱਤਾ ਵੀ ਹਾਂ ਮੈਂ ਉਹ 'ਚ ਮਿਲ ਗਈ, ਫਿਰ ਮਿਲੀ ਨਹੀਂ। ਜੇ ਮਿਲ ਗਈ ਤਾਂ ਫਿਰ ਦੱਸਣ ਵਾਲੀ ਨਹੀਂ ਕੋਈ। ਹੁਣ ਇਹ ਐਸੀ ਸ਼ਸ਼ੋਪੰਜੀ ਵਾਲੀ ਅਵਸਥਾ ਬਣ ਗਈ, ਇਹ ਦੱਸੀ ਨਹੀਂ। ਜੇ ਤਾਂ ਇੱਧਰ ਪੈਰ ਆ ਤਾਂ ਬਾਹਰ ਹੈ, ਅੰਦਰ ਪੈਰ ਹੈ ਤਾਂ ਅੰਦਰ ਹੈ,
ਜਿਹੜੀ ਅੰਦਰ ਚੱਲ ਗਈ ਉਹ ਬਾਹਰ ਨਹੀਂ ਦੱਸ ਸਕਦੀ, ਜਿਹੜੀ ਬਾਹਰ ਖੜੀ ਦੱਸ ਰਹੀ ਉਹ ਅੰਦਰ ਨਹੀਂ ਗਈ ਹਜੇ। ਫਿਰ ਉੱਥੇ ਕਬੀਰ ਜੀ ਨੇ ਆਹ ਬੜੇ ਸੋਹਣੇ ਸ਼ਬਦਾਂ ਨਾਲ ਗੱਲ ਕੀਤੀ। ਕਹਿੰਦੇ ਕੀ ਦੱਸੀਏ, ਇਹ ਤਾਂ ਗੱਲ ਐ ਹੋ ਗਈ, ਕਿਸੇ ਗੂੰਗੇ ਬੰਦੇ ਨੂੰ ਗੁੜ ਖਵਾ ਦਿਓ, ਗੂੰਗੇ ਨੂੰ ਗੁੜ ਖਵਾ ਦਿਓ, ਉਹ ਖਾ ਕੇ ਸਿਰਫ ਮੁਸਕਰਾ ਸਕਦਾ, ਤੁਹਾਨੂੰ ਦੱਸ ਨਹੀਂ ਸਕਦਾ ਮਿੱਠਾ ਸੀ ਜਾਂ ਕਿੱਦਾਂ, ਕਿੰਨਾ ਕੁ ਆਨੰਦ ਆਇਆ। ਗੂੰਗੇ ਬੋਲੇ ਨੂੰ ਨਹੀਂ ਪਤਾ ਲੱਗੇ, ਉਹਨੂੰ ਜੋ ਆਨੰਦ ਆਇਆ ਬਸ ਉਹ ਆਹੀ ਜਾਣਦਾ। ਕਬੀਰ ਜੀ ਨੇ ਆਖਿਆ, ਕਹਿ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ, ਕੀ ਦੱਸੇਗਾ। ਉਹਨਾਂ ਇੱਕ ਹੋਰ ਉਦਾਹਰਨ ਕੀਤੀ, ਕਹਿੰਦੇ ਜਿਵੇਂ ਮਿਸ਼ਰੀ ਦਾ ਸ਼ਰਬਤ ਬਣਾ ਲਓ ਵਧੀਆ ਜਾ, ਪਿਆਸ ਲੱਗੀ ਜਿਸ ਬੰਦੇ ਨੂੰ ਉਹਨੂੰ ਪਿਲਾ ਦਿਓ ਠੰਡਾ ਮਿਸ਼ਰੀ ਦਾ, ਉਹ ਬੰਦਾ ਪੀ ਲਏ ਤੇ ਉਹਨੂੰ ਤੁਸੀਂ ਪੁੱਛੋ ਕਿੰਨਾ ਕੁ ਸਵਾਦ ਸੀ, ਉਹ ਕਹੇਗਾ ਤਾਂ ਜ਼ਰੂਰ ਵੀ ਸਵਾਦ ਸੀ, ਕਹਿ ਵੀ ਦੇਗਾ, ਪਰ ਜਿਹੜਾ ਸਵਾਦ ਉਹਨੂੰ ਆਇਆ ਤੁਹਾਨੂੰ ਤਾਂ ਨਹੀਂ ਆਉਣਾ। ਤੁਸੀਂ ਪੁੱਛ ਵੀ ਲਓਗੇ ਸਵਾਦ ਸੀ, ਕਿਸੇ ਦੇ ਘਰ ਕੋਈ ਭੋਜਨ ਬਣਿਆ, ਪਦਾਰਥ ਬਣਿਆ, ਤੁਹਾਨੂੰ ਪੁੱਛੇ ਕਿੱਦਾਂ ਲੱਗਿਆ, ਉਹ ਆਖੇ ਬੜਾ ਸਵਾਦ ਸੀ, ਤੂੰ ਤਾਂ ਭੁੱਖੇ ਦਾ ਭੁੱਖਾ ਹੀ ਹੈ। ਉਹ ਕਹਿ ਕੇ ਵੀ ਕਹਿ ਨਹੀਂ ਸਕਦਾ, ਸਮਝ ਗਏ, ਮੁਕੰਮਲ ਨਹੀਂ ਕਹਿ ਸਕਦਾ, ਮੁਕੰਮਲ ਤੇ ਅਨੁਭਵ ਹੈ। ਸ਼ਬਦ ਵੀ ਉੱਤੇ ਪਿੱਛੇ ਰਹਿ ਜਾਂਦੇ ਆ। ਕੋਈ ਆਖੇ ਬਹੁਤ ਮਿੱਠੀ ਸੀ ਚੀਜ਼, ਤੁਹਾਨੂੰ ਕਹਿ ਦਿੱਤਾ ਮਿੱਠੀ ਸੀ, ਤੁਹਾਨੂੰ ਸੁਣ ਗਿਆ ਹਾਂਜੀ ਮਿੱਠੀ ਸੀ, ਅਨੁਭਵਤਾ ਨਹੀਂ ਆਇਆ, ਅਨੁਭਵਤਾ ਉਹਦੇ ਅੰਦਰ ਰਹਿ ਗਿਆ, ਜਿਹੜਾ ਨਿਚੋੜ ਸੀ ਉਹ ਤਾਂ ਉਹਦੇ ਅੰਦਰ ਹੈ। ਕਬੀਰ ਜੀ ਨੇ ਉਸ ਗੱਲ ਨੂੰ ਆਖਿਆ, ਅਲੌਤੀ ਕਾ ਜੈਸੇ ਭਇਆ ਬਰੇਡਾ, ਅਲੌਤੀ ਕਹਿੰਦੇ ਮਿਸ਼ਰੀ ਨੂੰ, ਬਰੇਡਾ ਕਹਿੰਦੇ ਸ਼ਰਬਤ ਨੂੰ, ਜਿਨ ਪੀਆ ਤਿਨ ਜਾਣਿਆ, ਜਿਹਨੇ ਮਿਸ਼ਰੀ ਦਾ ਸ਼ਰਬਤ ਬਣਾ ਕੇ ਪੀਤਾ ਬਈ ਉਹੀ ਹੋ ਜਾਣੇ। ਇਉਂ ਕਹਿੰਦੇ ਨੇ ਸਤਿਗੁਰ ਸੇਵ ਸਦਾ ਸੁਖ ਪਾਇਆ, ਸਤਿਗੁਰੂ ਦੀ ਜਿਨ੍ਹਾਂ ਸੇਵਾ ਕੀਤੀ ਉਹਨਾਂ ਨੂੰ ਹਮੇਸ਼ਾ ਹੀ ਸੁਖ ਮਿਲਿਆ। ਬਿਨ ਭਾਗਾਂ ਗੁਰ ਪਾਈਐ ਨਾਹੀ, ਇਹ ਗੱਲ ਇਹ ਆ, ਇੱਥੇ ਉਹ ਕਹੇਗਾ ਵੀ ਭਾਗਾਂ ਬਿਨਾਂ ਨਹੀਂ ਗੱਲ ਬਣਦੀ, ਮੈਂ ਕੁਛ ਨਹੀਂ ਕੀਤਾ, ਮੇਰੇ ਭਾਗ ਮੇਰੇ ਮੱਥੇ ਦੇ ਉਹਨੇ ਚੰਗੇ ਲਿਖੇ ਸੀ ਤਾਂ ਮਿਲ ਗਿਆ, ਮੈਂ ਕੁਛ ਨਹੀਂ ਕੀਤਾ, ਨਾ ਮੈਂ ਕਰ ਸਕਦਾ ਸੀ। ਕਬੀਰ ਜੀ ਨੇ ਇਸ ਗੱਲ ਨੂੰ ਆਖਿਆ, ਨਾ ਹਮ ਕੀਆ ਨਾ ਕਰ ਹੈਂਗੇ, ਨਾ ਕਰ ਸਕੈ ਸ਼ਰੀਰ, ਨਾ ਜਾਨੋ ਕਿਆ ਹਰ ਕੀਆ, ਭਇਆ ਕਬੀਰ ਕਬੀਰ। ਕਹਿੰਦੇ ਦੁਨੀਆ ਕਬੀਰ ਕਬੀਰ ਕਰਦੀ ਫਿਰਦੀ, ਮੈਨੂੰ ਸਮਝ ਨਹੀਂ ਲੱਗਦੀ ਹੋ ਗਈ ਗੱਲ। ਕਬੀਰ ਹਮਰਾ ਕੋ ਨਹੀਂ, ਹਮ ਕਿਸਹੂ ਕੇ ਨਾਹੇ, ਜਿਨਹਿ ਰਚਨ ਰਚਾਇਆ ਤਿਸ ਹੀ ਮਾਹੇ ਸਮਾਏ। ਕਹਿੰਦੇ ਬਸ ਮਿਟਣਾ ਪੈਂਦਾ ਹੈ, ਹਸਤੀ मिटा दे अपनी हस्ती को, अगर कश मर्तबा चाहे कि दाना खाक में मिलकर गुले गुलजार होता है। अपनी हस्ती मिटाउनी पैंदी। वो कबीर जी के श्लोकां विच आउंदा। पहलां छोटे जे हुंदे सुनने का शौक सी, भोगां ते जदों जाना पाठ ने कबीर जी के श्लोक लगने, सुनना, अर्थ नहीं पता लगते सन, पर हुण जदों अर्थ पता लगदे, खड़े अज भी उत्थे हाँ, हुण उहदे अखरी अर्थ पता लगदे आ, पर वो अनुभव नहीं पता लगता भी कह की रहे। असल हुंदी गल रोड़ा कया पिया जो पंथी को दुख दे, हर जाने ऐसा चाहिए ज्यों धरनी में खे, कबीर खे हुई तो क्या हुआ जो डला गए अंग, हर जाने ऐसा चाहिए ज्यों पानी सरबंग, पानी हुआ तो क्या हुआ जो सीरा ताता होए, हर जने ऐसा चाहिए जैसा हर ही होए। कित्थों लियांदी गल? कहंदे बंदा इदां दा होना चाहिए जिवें राह दा पत्थर रोड़े दा, कुछ बोलदा नहीं, साइड ते पिया पिया, ठोकरां भी वजदियां ने ते वजी जाण कोई नहीं, पर कहंदे नहीं हजे भी कमी है, ठोकर वज गई ठीक है, पर दूजे दे तां ठोकर मारी ना तू, सट तां वज गई अगले नूं, वो भी नहीं होना चाहिए। जिवें मिट्टी हुंदी धरती च पई ठोकरां नहीं मारदी, इदां दा बन जा, वो बन गया। कहना जी हुण गल बन गई। कबीर जी कहंदे हजे होर अगली अवस्था, कहंदे ना जिवें पंजवीं पास करनी पैनी, इस तो बिना गल बननी नहीं,
ਫਿਰ ਕੋਈ 6ਵੀਂ 'ਚ ਆ ਜਾਂਦਾ ਪਾਸ ਕਰਕੇ, ਹਾਂਜੀ ਹੁਣ ਤੇ ਬਣ ਗਈ, ਉਹ ਕਹਿੰਦੇ ਹਜੇ ਹੋਰ ਵੀ ਕਰਨੀ ਪੈਣੀ। ਜਾਣੀ ਗ੍ਰੈਜੂਏਸ਼ਨ ਤੱਕ, 5ਵੀਂ ਤੋਂ ਬਾਅਦ 6ਵੀਂ ਵੀ, 7ਵੀਂ ਵੀ, 8ਵੀਂ ਸਾਰੀਆਂ ਦੀ ਲੋੜ ਸੀ। ਅੰਤ ਡਿਗਰੀ ਆ ਜਿਹੜੀ ਉਹ ਹਜੇ ਅਧੂਰੀ ਪਈ। ਇਉਂ ਕਬੀਰ ਜੀ ਕਹਿੰਦੇ, ਕਹਿੰਦੇ ਮਿੱਟੀ ਬਣ ਗਿਆ, ਕਹਿੰਦੇ ਜੀ ਹਾਂ ਹਜੇ ਵੀ ਅਧੂਰਾ ਕੰਮ। ਕੀ ਜੀ? ਕਹਿੰਦੇ ਮਿੱਟੀ ਉੱਡਦੀ ਲੋਕਾਂ ਦੇ ਕੱਪੜਿਆਂ 'ਤੇ ਦਾਗ ਲਾਉਂਦੀ, ਮੈਲ ਲਾਉਂਦੀ, ਮਿੱਟੀ ਨਹੀਂ ਹੋਣਾ ਚਾਹੀਦਾ। ਓਹੋ, ਫਿਰ ਇਉਂ ਹੋਣਾ ਚਾਹੀਦਾ ਜਿਵੇਂ ਪਾਣੀ ਹੈ, ਲੋਕਾਂ ਦੀ ਮੈਲ ਧੋਂਦਾ, ਪਿਆਸ ਬੁਝਾਉਂਦਾ। ਅੱਛਾ ਜੀ, ਹੋਰ ਹੋ ਗਿਆ, ਹੋਰ ਬਣ ਗਿਆ ਜੀ, ਹੁਣ ਠੀਕ ਹੈ ਪਾਣੀ ਬਣ ਗਿਆ, ਕਹਿੰਦੇ ਹਜੇ ਹੋਰ ਅੱਗੇ ਚੱਲ। ਪਾਣੀ ਨੂੰ ਮੌਕੇ ਅਨੁਸਾਰ ਅੱਗ ਲਾ ਦਿਓ, ਥੱਲੇ ਗਰਮ ਹੋ ਜਾਂਦਾ ਹੈ, ਅਤੇ ਠੰਡੀ ਥਾਂ ਰੱਖ ਦਿਓ, ਜ਼ਿਆਦਾ ਠੰਡੀ 'ਚ ਪਹਾੜਾਂ 'ਚ ਗਲੇਸ਼ੀਅਰ 'ਚ ਉੱਥੇ ਜੰਮ ਜਾਂਦਾ। ਇੱਦਾਂ ਨਹੀਂ ਹੋਣਾ ਚਾਹੀਦਾ, ਸਮੇਂ ਅਨੁਸਾਰ ਨਹੀਂ, ਮੌਕਾ ਪ੍ਰਸਤ ਨਹੀਂ, ਉੱਥੇ ਇੱਕੋ ਜਿਹਾ ਹੀ ਹੋਣਾ ਚਾਹੀਦਾ, ਸ਼ੁੱਧ ਬਦਲਾਵ ਨਹੀਂ, ਉਹ 'ਚ ਰਜੋ ਤਮੋ ਸਤੋ ਦਾ ਪ੍ਰਭਾਵ ਨਹੀਂ ਕੰਮ ਬੋਲਣਾ। ਫਿਰ ਉੱਥੋਂ ਅੱਗੇ ਗਿਆ ਕਬੀਰ ਜੀ, ਫਿਰ ਉਹਨੇ ਪੁੱਛਿਆ ਨਹੀਂ ਮੁੜ ਕੇ ਵੀ ਕੀ ਬਣ ਜਾ, ਕਿਉਂਕਿ ਕਹਿੰਦੇ ਹੁਣ ਰੱਬ ਬਣ ਗਿਆ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਇਉਂ ਕਬੀਰ ਜੀ ਕਹਿੰਦੇ, ਕਹਿੰਦੇ ਉਹਨੇ ਲਿਖਿਆ ਕਰਮ ਮੱਥੇ ਦਾ ਚੰਗਾ ਤਾਂ ਹੋ ਗਏ, ਮੈਂ ਕੁਛ ਵੀ ਕਰਨ ਵਾਲਾ ਨਹੀਂ। ਜਿੰਨਾ ਚਿਰ ਕਰਦਾ ਸੀ ਉਨਾ ਚਿਰ ਵੱਖਰਾ ਸੀ, ਜਦੋਂ ਉਹ 'ਚ ਮਿਲ ਗਿਆ ਉਦਣ ਕਰਤਾ ਮੁੱਕ ਗਿਆ, ਹੁਣ ਕਹਿਣ ਵਾਲਾ ਨਹੀਂ। ਹੁਣ ਤੇ ਜੇ ਕੋਈ ਪੁੱਛਦਾ ਵੀ ਹੈ ਕਿਵੇਂ ਬਣੀ ਗੱਲ, ਇਹੀ ਕਹਿੰਦੇ ਉਹਨੇ ਭਾਗਾਂ 'ਚ ਲਿਖਿਆ ਸੀ। ਉਹੀ ਕਰਮ ਲਿਖਦਾ ਹੈ, ਉਹੀ ਮੱਥੇ 'ਤੇ ਮੋਹਰਾਂ ਲਾਉਂਦਾ ਹੈ, ਉਹੀ ਰਾਹ 'ਤੇ ਲਾਉਂਦਾ ਹੈ। ਫਿਰ ਇਹ ਗੱਲ ਕਹਿੰਦਾ ਹੈ ਗੁਰਸਿੱਖ, ਬਿਨ ਭਾਗਾਂ ਗੁਰ ਪਾਈਐ ਨਾਹੀ, ਭਾਗਾਂ ਤੋਂ ਬਿਨਾਂ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਸ਼ਬਦ ਹੈ ਮੇਲ ਮਿਲਾਵਣਿਆ, ਜਦੋਂ ਗੁਰੂ ਮਿਲ ਪੈਂਦਾ ਹੈ ਅਤੇ ਸ਼ਬਦ ਦੀ ਬਰਕਤ ਦੇ ਨਾਲ, ਗੁਰੂ ਸ਼ਬਦ ਨਾਲ ਜੋੜਦਾ ਹੈ, ਬਾਣੀ ਨਾਲ, ਫਿਰ ਮੇਲ ਮਿਲਾਵਣਿਆ, ਫਿਰ ਗੁਰਸਿੱਖਾਂ ਨੂੰ ਸ਼ਬਦ ਦੇ ਰਾਹੀਂ ਆਪਣੇ ਨਾਲ ਮੇਲ ਲੈਂਦਾ ਹੈ। ਗੁਰਮੁਖ ਅਲੇਪਤ ਰਹਿ ਸੰਸਾਰੇ, ਜਿਹੜਾ ਗੁਰਮੁਖ ਹੋ ਜਾਂਦਾ ਹੈ ਉਹ ਸੰਸਾਰ ਵਿੱਚ ਰਹਿੰਦਾ ਜ਼ਰੂਰ ਹੈ ਪਰ ਅਲਿਪਤ ਰਹਿੰਦਾ। ਸਿੱਧਾ ਨੇ ਪੁੱਛਿਆ ਸੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਵੀ ਜਾਂ ਤਾਂ ਦੁਨੀਆ ਦੇ ਵਿੱਚ ਰਹਿ ਸਕਦਾ ਬੰਦਾ ਜਾਂ ਦੁਨੀਆ ਦੇ ਬਾਹਰ। ਦੁਨੀਆ 'ਚ ਰਹਿੰਦਾ ਤੇ ਦੁਨੀਆਦਾਰੀ, ਦੁਨੀਆ ਤੋਂ ਬਾਹਰ ਰਹਿੰਦਾ ਤੇ ਜੋਗੀ ਹੈ। ਫਿਰ ਸਿੱਧਾ ਹੈ, ਤੁਸੀਂ ਦੁਨੀਆ 'ਚ ਰਹਿੰਦੇ ਹੋ ਤੇ ਦੁਨੀਆਦਾਰ ਹੋਏ ਨਾ, ਫਿਰ ਗ੍ਰਸਤੀ ਹੋ ਤੇ ਗ੍ਰਸਤੀ ਹੋਏ ਨਾ, ਬਾਲ ਬੱਚਿਆਂ ਵਾਲੇ ਹੋ, ਸੰਸਾਰੀ ਹੋਏ ਨਾ। ਮਹਾਰਾਜ ਕਹਿੰਦੇ ਨਾ, ਸਾਡੇ ਤਾਂ ਗੱਲ ਹੋ ਰਿਹਾ। ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਚੌਥੇ ਪਾਤਸ਼ਾਹ, ਉਹਨਾਂ ਆਖਿਆ ਅੰਜਨ ਮਾਹੇ ਨਿਰੰਜਨ ਰਹੀ ਹੈ। ਸੰਸਾਰ ਵਿੱਚ ਰਹਿ ਕੇ, ਮਾਇਆ 'ਚ ਰਹਿ ਕੇ ਮਾਇਆ 'ਚ ਨਹੀਂ ਲੱਗਣਾ। ਉਹ ਕਹਿੰਦੇ ਇੱਦਾਂ ਵੀ ਹੋ ਸਕਦਾ? ਕਹਿੰਦੇ ਹਾਂ। ਕਿਵੇਂ? ਗੁਰੂ ਨਾਨਕ ਦੇਵ ਜੀ ਨੇ ਉੱਥੇ ਸਿੱਧਾਂ ਨੂੰ ਆਖਿਆ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਨ। ਜਿਵੇਂ ਜਲ ਦੇ ਵਿੱਚ ਰਹਿ ਕੇ ਕਮਲ ਦਾ ਫੁੱਲ ਜਲ ਨਾਲ ਨਹੀਂ ਭਿੱਜਦਾ ਜੀ, ਜਲ ਦੇ ਵਿੱਚ ਰਹਿੰਦਾ ਹੈ ਪਰ ਕਮਲ ਨੂੰ ਜਲ ਦੇ ਵਿੱਚ ਭਿਉਂ ਕੇ ਵੀ ਕੱਢ ਲਓ, ਜਲ ਦੇ ਪੱਤੇ ਨਾਲ ਪਾਣੀ ਨਹੀਂ ਲੱਗਦਾ। ਦੇਖ ਲਓ ਤੁਸੀਂ, ਮੁਰਗਾਬੀ ਪਾਣੀ ਦੇ ਵਿੱਚ ਰਹਿੰਦੀ ਹੈ ਪਰ ਉਹ ਪਾਣੀ ਦੇ ਵਿੱਚੋਂ ਉਡਾਰੀ ਮਾਰ ਜਾਂਦੀ, ਖੰਭ ਨਹੀਂ ਭਿੱਜਣ ਦਿੰਦੀ। ਰਹਿੰਦੀ ਪਾਣੀ 'ਚ ਹੈ, ਘੁੰਮਦੀ ਰਹਿੰਦੀ ਹੈ, ਤੈਰਦੀ ਰਹਿੰਦੀ ਹੈ, ਪਰ ਪਾਣੀ 'ਚ ਆਪਣੇ ਖੰਭ ਨਹੀਂ ਭਿੱਜਣ ਦਿੰਦੀ। ਮਹਾਰਾਜ ਕਹਿੰਦੇ ਇਉਂ ਹੀ, ਇਉਂ ਗੁਰਮੁਖੋ, ਗੁਰੂ ਕਾ ਸਿੱਖ ਸੰਸਾਰ ਵਿੱਚ ਰਹਿੰਦਾ ਵੀ ਸੰਸਾਰੀ ਨਹੀਂ ਹੈ। ਸੰਸਾਰੀ ਕਿਵੇਂ ਨਹੀਂ? ਸੰਸਾਰ 'ਚ ਰਹਿ ਕੇ ਉਹ ਵੈਰ ਵਿਰੋਧ ਨਹੀਂ ਕਰਦਾ ਕਿਸੇ ਨਾਲ, ਉਹ ਲੋਭ ਲਾਲਚ ਨਹੀਂ ਕਰਦਾ, ਹੰਕਾਰ ਨਹੀਂ ਕਰਦਾ, ਕ੍ਰੋਧ ਕਾਮ ਨਹੀਂ ਕਰਦਾ, ਇਹਨਾਂ ਤੋਂ ਉੱਤੇ ਉੱਠਿਆ ਹੁੰਦਾ। ਸੰਸਾਰ ਵਿੱਚ ਰਹਿੰਦਾ, ਸੰਸਾਰ ਦਾ ਭਲਾ ਕਰਦਾ ਹੈ, ਉਹ ਪਰਉਪਕਾਰ ਹਿਤ ਹੁੰਦਾ ਹੈ, ਲੋਕਾਂ ਦਾ ਭਲਾ ਕਰਦਾ ਹੈ, ਇਸ ਤਰ੍ਹਾਂ ਦਾ ਹੁੰਦਾ। ਉਹ ਅਲਿਪਤ ਹੁੰਦਾ ਹੈ। ਅਲਿਪਤ ਜਿਹੜੀ ਨਿਰਲੇਪ, ਸੰਸਾਰ ਦੀ ਪਕੜ ਨਾ ਹੋਣੇ। ਗੁਰਮੁਖ ਅਲਿਪਤ ਰਹਿ ਸੰਸਾਰੇ, ਜਿਹੜਾ ਗੁਰਮੁਖ ਹੈ ਬਈ ਉਹ ਅਲਿਪਤ ਜਿਹੜੀ ਨਿਰਲੇਪ ਰਹਿੰਦਾ ਹੈ ਸੰਸਾਰ ਵਿੱਚ ਰਹਿੰਦਿਆਂ ਹੋਇਆਂ। ਕਿਵੇਂ ਜੀ? ਐਂ ਕਿਵੇਂ ਰਹਿ ਸਕਦਾ? ਕੋਈ ਹੈ ਸੀ ਕੋਈ ਤਾਕਤ ਜੁਗਤੀ? ਕਹਿੰਦੇ ਹਾਂ,
गुर कै तकिया नाम आधारे। गुरु दे आसरे, नाम दे आसरे रहिंदा है। आम बंदा तुर सकदा किते पानी ते, पर गुरु नानक देव महाराज दे नाल नाल भाई मरदाना तुरिया जांदा है। कहंदे चल मरदाने चलीए समुंदर ते। जन्म साखी चाहुंदा, पुरातन जन्म साखी तुर पिया। लै भी भाई मरदानिया तू सत करतार, सतनाम वाहिगुरु, सतनाम वाहिगुरु करदा है। वो इदां करदा हुंदा, पानी ते तुरिया जांदा जिवें कोई राह बनया होवे, कोई पुल बनया होवे। ध्यान जा दिता गुरु नानक देव महाराज वल भी, वो की कहंदे जांदे आ। उन्हां अपना चिंतन, वो आप सत करतार सन। वो अपनी गल वो कहंदे मैं करके देखा है जो गुरु नानक बोलदा। जदों गुरु नानक वाले बोलन लगा भी गुरु नानक ने तो अपनी गल अपना ही नाम जप रहे हैं, अपनी हस्ती का ध्यान है। वो जदों अपना करन लगे, लिखिया होया साखी विच सिखण वाली बड़ी गल है, वो कमाल दी। उहदे विच बड़ा वो साखी दे पिछे निचोड़ बड़ा वड्डा है। कहंदे जदों गुरु दा शब्द छड्ड के जो उहनूं दत्ता सी, सिक्ख्या सी, वो छड्ड के रीश करन लग गया, नकल करन लग पिया। वो डिग्गण लगा तो डुब्बण लगा। फिर महाराज ने आख्या मरदानिया जो तेनों दत्ता शब्द उहदा जाप कर। उहदा कीता ते पार उतारा हो गया। फिर भाई मरदाने ने बाद विच पुछया भी महाराज जो तुसी मैनूं दत्ता सी जदों पिया ते मैं पिया, जदों मैं तुहाडे वल देख के जो तुसी कर रहे सी वो ते मैं डुब्बण लगा सी, की गल? कहंदे तेरे लई ओही सी, गुर सिख लई ओही काम चंगा जो गुरु आखे। जो गुर दस्से वाट मुरीदा जोली है। मुरीद नूं उसे राह ते चलना चाहिए जो गुरु ने आख्या, बस दूजा नहीं, इधर उधर नहीं। ਉਹਦਾ पार उतारा गुर कै तकिया आधारे। गुरु दे आसरे, नाम दे आसरे, गुरु दे भरोसे ते गुरमुख लिप्त रहे संसारे। संसार विच रह के निर्लेप रह लैंदा है गुरु दे भरोसे ते नाम। यकीन नहीं, नाम दा आसरा नहीं। फिर जानू भी यही सिखाएगा, लिप्त नहीं हुंदा, कोई निर्लेप नहीं हुंदा। फलाने साध कोल आ चीज़ है, टमकाने कोल आ है, ਉਹ है फलां टमका, आही गल्लां करेगा। पर जिदन गुरु ते यकीन ते नाम ते नाम दा आसरा होएगा, उदन विच दुनिया दे रह के पानी च खड़ के भी पानी च भिजेगा नहीं। उदन उन्होंने पता लग जाएगा गल की है। जदों नाम जपन लग जाएगा, नाम जपना शुरू करिए, आरंभ करिए, अंदर नूं जाइए, थोड़ा जा अंतर्मुखी होइए। वो जिहड़ा सास ग्रास की गल है ना, उधर नूं जदों होवांगे ना, फिर सारियां गल्लां समझ आउणगियां। गुरमुख जोर करे क्या तिसनो। जिहड़ा गुरमुख है वो तो कोई जोर नहीं चला सकता। की कोई करेगा जोर? बाबे फरीद दे जीवन विचों रूहानी जीवन संत बाबा ईशर सिंह जी राड़ा साहिब वाले महापुरुष, उन्हों का जीवन लिखा। यानी मोहन सिंह हुणी बड़े विद्वान सन, राड़ा साहब के कथावाचक सन, बड़े वड्डे विद्वान। उहदे विच एक साखी लिखी है, आपां नूं सारे ग्रंथ पढ़ने पैंदे जिहड़ा हत्थ लग जाए। कि बाबा फरीद जी महापुरुष एक दिन जा रहे सन, तुरे फरीदकोट। एक वड्डे बंदे ने, पठान ने धक्के नाल फड़ लिया। कहंदे उरे आओ, किधर तुरिया जाना? फड़ के ते काम चल रहा सी, घर पै रहा सी हवेली। चकाती टोकरी तांसला, कहंदा चक इत्थे समान ढा, इत्थे सुੱਟ। सवेर तो शाम तक बाबे फरीद तो काम कराया, टोकरी चकवाई धक्के नाल, पैसा दिता ना, तंग किया, खाण नूं कुछ नहीं दिता, भुखा पाना आ गया। जदों ये काम किया, शामां पै गईयां ते इतने नूं शिकार खेडण गया पठान। बस ऐसी खेड बनी कि उत्थे घोड़े तो डिग पिया
घोड़ा भज लिया, पैर रकाब नाल फस गया तो घड़ीस घड़ीस के मार दिता घोड़े ने। जदों पता लग्या मर गया मर गया मर गया, बाबे फरीद ने उत्थे शब्द उचारिया बाणी दा, फरीदा भन्नी घड़ी सवन्नवी टुट्टी नागर लज, जो सज्जन भोए भार थे से क्यों रोवे अज। कहंदे फुट गई घड़ी जिहड़ी सोहनी सी, लज टुट गई, धरती ते भार सी, हुण क्यों रोने हो। उदों तुहानूं समझा नहीं सके जदों एक गलत काम करदा सी। इउं कहंदे गुरमुख जोर करे क्या तिसनों, कोई गुरमुखां नाल जोर नहीं कर सकदा, कोई करेगा भी तो किन्ना क। जे करेगा आपे खप दुख पावणिया, आपे खपेगा तो दुखी होवेगा। गुरमुख नूं दुख नहीं कोई दे सकदा, वो दुखी नहीं होंदे। इउं महाराज कहंदे मनमुख अंधे सुध ना काई, मनमुख नूं अन्ने नूं कोई समझ नहीं हुंदी, सोझी नहीं हुंदी। आत्म घाती है जगत कसाई, अपना तो नुकसान करदा ही है, अपने आपे नूं तां मारदा ही है। जगत कसाई जगत दे लोकां नूं भी दुख दिंदा। मनमुख अन्ना जिहड़ा निंदा कर कर बहु भार उठावै, दूजियां दी निंदा करदा रहिंदा है, भार उठाउंदा है, बिन मजूरी भार पहुँचावणिया। मनमुख बंदा दूजियां दी निंदा करके दूजियां दा भार चुक के खड़दा नाल ले जांदा है दूर परे। उत्ते ओह गल हो गई जिवें बंदा किसी दा भार चुके ते मजदूरी कोई ना लवे। निंदक बंदा बिना मजदूरी तो बिना तनख्वाह तो नौकर हुंदा है, थोड़ा काम करदा बिना तनख्वाह तो, निंदक है जिहड़ा। कबीर जी ने तो आख्या कहो कबीर हम निंदा सार, निंदक डूबा हम उतरे पार। निंदो निंदो मोको लोग निंदो, निंदा जन को खरी प्यारी, निंदा बाप निंदा महतारी। निंदा तो कहते कोई परवाह ही नहीं, जिन्नी मर्जी करी चलो, पर मनमुखां दा काम है। गुरसिखां नूं आख्या तुसीं नहीं करनी, निंदा च नहीं पैना। इहो जगवाड़ी मेरा प्रभ माली, ये संसार बगीचे की तरह है तो इनू पालन वाला बाड़ी नूं मेरा मालक प्रभु माली है भाई, वो ये संभाल करता है। सदा संभाले को नाही खाली, वो सदा ही संभालदा है। जिवें माली की जिम्मेवारी हुंदी है ना, एक एक फुल का पता हुंदा चंगे माली नूं, हमेशा साਂਭਦਾ। इउं ही महाराज कहंदे परमेश्वर ये एक एक जीव नूं ਸਾਂਭਦਾ हमेशा। कई बारी किसी फुल नूं तोड़ के किसी टाणी नालों टाणी का भला करदा, कई बारी किसी दरख्त नालों टाणी नूं तोड़दा। देखो करदा ना माली, तुसीं वेखदे कईयां पौदियां दी कटिंग करदा है, कईयां नूं तोड़दा है, कईयां नूं जोड़दा है, किते कुछ करदा है। कितों पौधे ज़्यादा इकट्ठे हुंदे उन्हां नूं पुੱਟ के दूर कर दिंदा। जे आपां पौदियां दी थां होईए, आपां भी लड़ीए लै सानूं वखरे कर दित्ता, साडे च एक फुੱਲ चला गया, करदे आं आपां इस तरह। पर कहंदे माली नूं पता है, आपां बाग च घुमदे आपां नूं पता माली की कर रहा है। इदां ही जिहड़े इस संसार बगीचे नूं देखण वाले हो गए ना, उच्ची नज़र वाले महात्मा महापुरुष, उन्हां नूं पता हुंदा इस गल दा कि ये बिल्कुल ठीक हो रहा है, ये जो कर रहा है करता पुरख ठीक है कर रहा है, माली है, बुरा नहीं कर रहा, भला ही कर रहा इन्हां दा, जीवां दा जिथे जिथे ला रहा है। इउं कहंदे ने साਂਭ रहा है, कोई थां ऐसी नहीं जिथे खाली वो ना होवे, भरिया होया हरेक जगह। जे ही वासना पाए ते ही वरतै, जिवें बूटे हुंदे उन्हां च फुल्लां च खुशबू उही पाउंदा ना, जिद्दां दे बीज हुंदे बीजां दे विच संभावना रखी हुंदी कि बीज ये बूटा बन के उगेगा, इहदे च इस तरह की खुशबू आएगी। लो देखो पहले ही पता है। इदां ही जीवां दे विच उन्हें वासना खुशबू पाई है, जिद्दां दे सुभाਅ हन उस तरह जीव वरतदे हन। वासु वास जना बनिया, खुशबू तो खुशबू पता लगती है। इउं ही मनमुख रोगी है संसारा, संसार मनमुख रोगी है, हौमे दा रोग है। तो संसार विच दुनिया दे ये रोगी भरे पे आ मनमुखताई नाल। सुखदाता विसरिया अगमे अपारा,
ਸੁਖਦਾਤਾ ਗੁਰੂ ਵੈਦ ਹੈ, ਪਰ ਲੋਕਾਂ ਨੇ ਗੁਰੂ ਵੈਦ ਨੂੰ ਭੁਲਾ ਦਿੱਤਾ, ਪਰਮੇਸ਼ਰ ਵਾਹਿਗੁਰੂ ਨੂੰ ਭੁਲਾ ਦਿੱਤਾ। ਉਹ ਅਗਮ ਅਪਾਰ, ਪਰੇ ਤੋਂ ਪਰੇ ਪਹੁੰਚ ਹੈ। ਦੁਖੀਏ ਨਿਤ ਫਿਰੈ ਵਿਲ ਲਾਂਦੇ, ਬਿਨ ਗੁਰ ਸ਼ਾਂਤ ਨਾ ਪਾਵਣਿਆ। ਦੁਖੀਏ ਜੀਵ ਬਿਲਾਉਂਦੇ ਰੋਂਦੇ ਫਿਰਦੇ ਆ, ਦੁਖੀ ਹੋਏ ਫਿਰਦੇ, ਪਰ ਵੈਦ ਗੁਰੂ ਕੋਲ ਜਾਂਦੇ ਨਹੀਂ। ਤੇ ਕਹਿੰਦੇ ਆਉ ਭਾਈ, ਬਿਨ ਗੁਰ ਸ਼ਾਂਤ ਨਾ ਪਾਵਣਿਆ। ਗੁਰੂ ਤੋਂ ਬਿਨਾਂ ਸ਼ਾਂਤੀ ਨਹੀਂ ਮਿਲਦੀ ਜੀਵਾਂ ਨੂੰ। ਤੜਫ ਰਹੇ ਆ, ਰੋ ਰਹੇ ਆ, ਨਿੱਤ ਉੱਠਦੇ ਆ, ਰੋਂਦੇ ਆ, ਰੋਜ਼ ਸੌਣ ਲੱਗਿਆਂ ਪਛਤਾਉਂਦੇ ਹਨ, ਨੀਂਦ ਨਹੀਂ ਪੈਂਦੀ, ਮੱਥਾ ਧੁੰਦੇ ਆ, ਬਾਲ ਪੁੱਟਦੇ ਆ, ਸਿਰ ਪੱਟਦੇ ਆ, ਆਪਣਾ ਦੁਖੀ ਹੁੰਦੇ ਆ, ਸ਼ਾਂਤੀ ਨਹੀਂ ਮਿਲਦੀ ਗੁਰੂ ਤੋਂ ਬਿਨਾਂ। ਬਈ ਕਿਉਂ ਕਹਿੰਦੇ ਨੇ, ਜਿਨ ਕੀਤੇ ਸੋਈ ਵਿਧ ਜਾਣੈ, ਜਿਹਨੇ ਜੀਵ ਬਣਾਏ ਉਹੀ ਜਾਣਦਾ। ਬਈ ਇਹਨਾਂ ਨੂੰ, ਉਹਨੂੰ ਤਰੀਕੇ ਦਾ ਪਤਾ ਕਿ ਕਿਹੜੇ ਨੂੰ ਕਿਵੇਂ ਬਦਲਣਾ। ਆਪ ਕਰੇ ਤਾਂ ਹੁਕਮ ਪਛਾਣੈ। ਜਦੋਂ ਆਪ ਕਿਰਪਾ ਕਰਦਾ ਜੀਵ 'ਤੇ, ਉਹ ਜੀਵ ਫਿਰ ਹੁਕਮ ਦੀ ਪਹਿਚਾਣ ਕਰ ਲੈਂਦਾ ਹੈ, ਪਰਮੇਸ਼ਰ ਦੇ ਦੀ। ਨਹੀਂ ਤਾਂ ਉਹਨੂੰ ਪਤਾ ਹੀ ਨਹੀਂ ਲੱਗਦਾ ਹੁਕਮ ਕੀ ਹੈ, ਹਉਮੈ ਕੀ ਹੈ, ਮੈਂ ਕੀ ਹਾਂ, ਉਹਦੀ ਰਜਾ ਕੀ ਹੈ, ਉਲਝਿਆ ਹੀ ਰਹਿੰਦਾ ਹੈ। ਜਦੋਂ ਬਖਸ਼ਿਸ਼ ਕਰਦਾ ਹੈ ਫਿਰ ਉਹ ਹੁਕਮ ਹੀ, ਪਰਮੇਸ਼ਰ ਦੇ ਹੁਕਮ ਨੂੰ ਪਹਿਚਾਣ ਲੈਂਦਾ ਹੈ। ਜਿਹਾ ਅੰਦਰ ਪਾਏ ਤੇਹਾ ਵਰਤੈ। ਜੀਵ ਦੇ ਅੰਦਰ ਜਿਸ ਤਰ੍ਹਾਂ ਦੀ ਸਮਝ ਪਾ ਦਿੰਦਾ, ਫਿਰ ਉੱਦਾਂ ਦੇ ਜੀਵ ਵਰਤਦੇ ਆ। ਆਪੇ ਬਾਹਰ ਪਾਵਣਿਆ, ਆਪੇ ਹੀ ਫਿਰ ਜੀਵਾਂ ਨੂੰ ਬਾਹਰ ਵੀ ਉਹੀ ਪਾ ਰਿਹਾ, ਸੋਝੀ ਸਮਝ। ਤਿਸ ਬਾਝੋਂ ਸੱਚੇ ਮੈਂ ਹੋਰ ਨਾ ਕੋਈ। ਜਦੋਂ ਸਮਝ ਲੱਗ ਗਈ ਜੀਵ ਨੂੰ ਹੁਕਮ ਦੀ, ਫਿਰ ਹਉਮੈ ਛੱਡ ਦਿੰਦਾ। ਉਹ ਕਹਿੰਦਾ ਜਿੱਦਾਂ ਤੂੰ ਕਰਾ ਰਿਹਾ ਉੱਦਾਂ ਹੋ ਰਿਹਾ, ਤੇਰੇ ਬਿਨਾਂ ਹੈ ਸੱਚੇ ਵਾਹਿਗੁਰੂ, ਮੈਨੂੰ ਕੋਈ ਹੋਰ ਹੈ ਨਹੀਂ। ਜਿਸ ਲਾਏ ਲਏ ਸੋ ਨਿਰਮਲ ਹੋਈ। ਜਿਹਨੂੰ ਤੂੰ ਆਪਣੇ ਨਾਲ ਲੜ ਲਾ ਲਵੇਂ, ਉਹ ਜੀਵ ਨਿਰਮਲ ਸ਼ੁੱਧ ਹੋ ਜਾਂਦਾ ਹੈ। ਨਾਨਕ ਨਾਮ ਵਸੈ ਘਟ ਅੰਤਰ, ਜਿਸ ਦੇਵੈ ਸੋ ਪਾਵਣਿਆ। ਮਹਾਰਾਜ ਕਹਿੰਦੇ ਨਾਨਕ ਨਾਮ ਵਸੈ ਘਟ ਅੰਤਰ। ਭਾਈ ਗੁਰਮੁਖਾਂ ਦੇ ਹਿਰਦੇ ਵਿੱਚ ਨਾਮ ਵਸਦਾ ਹੈ, ਤੇ ਇਹ ਮੇਰੇ ਮਾਲਕ ਤੂੰ ਜਿਹਨੂੰ ਨਾਮ ਦੇਵੇਂ, ਉਹ ਜੀਵ ਨਾਮ ਨੂੰ ਪਾ ਲੈਂਦਾ ਹੈ। ਉਹਦੇ ਲੋਕ ਸੁਖੀਏ, ਪਰਲੋਕ ਸੁਹੇਲੇ ਹੋ ਜਾਂਦੇ ਹਨ। ਇਹ ਗੁਰੂ ਸਾਹਿਬ ਨੇ ਇਸ ਸ਼ਬਦ ਅੰਦਰ ਬਖਸ਼ਿਸ਼ ਕੀਤੀ ਹੈ ਜੀ। ਇੱਥੇ ਹੀ ਸ਼ਬਦ ਦੀ ਸੰਪੂਰਨਤਾ, ਸਮੇਂ ਦੀ ਸਮਾਪਤੀ, ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।